ਉਦੋਂ ਦੇ ਗਰਾਊਂਡ ਦੇ ਹਾਲਾਤ ਕੀ ਸਨ ਗਰੇਵਾਲ ਸਾਹਿਬ? ਕਿਵੇਂ ਦੇਖਿਆ ਜਾਂਦਾ ਸੀ ਗੱਤਕੇ ਨੂੰ? ਕਿਵੇਂ ਖੇਡਿਆ ਜਾਂਦਾ ਸੀ? ਲੋਕ ਇਹਦੇ ਬਾਰੇ ਕੀ ਸੋਚਦੇ ਸਮੇਂ ਤੇ ਸਨ? ਹਰ ਇੱਕ ਸਿੱਖ ਪਰਿਵਾਰ ਚੋਂ ਇੱਕ ਬੱਚਾ ਨਿੰਗ ਸਿੰਘਾਂ ਨੂੰ ਦਿੱਤਾ ਜਾਂਦਾ ਸੀਗਾ, ਉਹ ਖਤਮ ਹੋ ਗਿਆ। ਸਿੱਖਣ ਵਾਲੇ ਘਟਦੇ ਜਾ ਰਹੇ, ਸਿਖਾਉਣ ਵਾਲੇ ਘਟਦੇ ਜਾ ਰਹੇ। ਮਤਲਬ ਉਹ ਇੱਕ ਡੇਂਜਰਸ ਸਟੇਜ ਤੇ ਅਸੀਂ ਪਹੁੰਚ ਚੁੱਕੇ ਸੀਗੇ। ਜਿੰਨੇ ਪਹਿਲਾਂ ਨਿੰਗ ਸਿੰਘ ਹੁੰਦੇ ਸੀ, ਮਤਲਬ ਅੱਜ ਉਹਨਾਂ ਦੀ ਨਿਸਬਤ ਮਤਲਬ ਬਹੁਤ ਥੋੜੇ ਨਿੰਗ ਸਿੰਘ ਰਹਿ ਗਏ ਹੋਏ ਆ। ਇਹ ਸਿੱਖ ਹੀ ਇਕੱਲਾ ਖੇਡਦੇ ਨੇ ਕਿ ਗੈਰ ਸਿੱਖ ਵੀ ਨਾਲ ਜੁੜਦੇ ਨੇ? ਹਾਂਜੀ, ਸਾਡੇ ਸਿੱਖ ਐਡੀ ਵੱਡੀ ਅਮੀਰ ਸਾਡਾ ਭੰਡਾਰ ਹੈ ਉਹ ਸਿੱਖ ਸ਼ਸਤਰ ਵਿਦਿਆ ਦਾ। ਉਸ ਨੂੰ ਕੱਲਾ ਗੱਤਕਾ ਕਹਿ ਕੇ ਆਪਾਂ ਉਸ ਨੂੰ ਛੋਟਾ ਕਰਦੇ ਹਾਂ। ਜਿੱਥੇ ਜਿੱਥੇ ਗੁਰਦੁਆਰਾ ਸਾਹਿਬ ਹੈਗਾ ਉੱਥੇ ਉੱਥੇ ਅਸੀਂ ਗੱਤਕਾ ਸ਼ੁਰੂ ਕਰ ਦਈਏ ਤੇ ਮੇਰੇ ਖਿਆਲ ਦਿਨ ਦੂਰ ਨਹੀਂ ਤੇ ਜਦੋਂ ਅਸੀਂ ਮਤਲਬ ਓਲੰਪਿਕ ਤੱਕ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਹੀ ਬਹੁਤ ਸਵਾਗਤ। ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘੀ ਜੀ ਆਇਆਂ ਨੂੰ। ਮੈਂ ਜੋਗਰਾਜ ਸਿੰਘ ਕਾਲੂ ਤੁਹਾਡਾ ਸਾਰਿਆਂ ਦਾ ਹੀ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਤੇ ਸਾਡੇ ਨਾਲ ਅੱਜ ਹਰਜੀਤ ਸਿੰਘ ਗਰੇਵਾਲ ਨੇ, ਸਟੇਟ ਅਵਾਰਡੀ ਨੇ ਤੇ ਨਾਲ ਦੇ ਨਾਲ ਪ੍ਰੈਜ਼ੀਡੈਂਟ ਨੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ। ਉਹ ਸਾਡੇ ਨਾਲ ਸਟੂਡੀਓ ਦੇ ਵਿੱਚ ਨੇ, ਵਿਸ਼ੇਸ਼ ਤੌਰ ਦੇ ਉੱਤੇ ਕੈਨੇਡਾ ਦੀ ਯਾਤਰਾ ਕਰਨ ਆਏ ਨੇ ਤੇ ਅੱਜ ਸੱਦੇ ਪੱਧਰ ਦੇ ਉੱਤੇ ਉਹ ਸਾਡੇ ਨਾਲ ਸਟੂਡੀਓ 'ਚ ਨੇ। ਸੋ ਗੱਲਾਂ ਬਾਤਾਂ ਗੱਤਕੇ ਦੇ ਨਾਲ ਰਿਲੇਟਡ ਹੋਣਗੀਆਂ। ਸੋ ਅੱਜ ਨੈਸ਼ਨਲ ਖੇਡ ਜਿਹੜੀ ਆ ਉਹ ਗੱਤਕਾ ਭਾਰਤ ਦੇ ਵਿੱਚ ਬਣ ਚੁੱਕਿਆ, ਪਰ ਉਹਦੀ ਪਿੱਠ ਭੂਮੀ 'ਚ ਬਹੁਤ ਕੁਝ ਸੀਗਾ ਜਿਹੜਾ ਬਹੁਤ ਪਹਿਲਾਂ ਵਾਪਰਨਾ ਚਾਹੀਦਾ ਸੀ। ਸੋ ਉਹਦੇ ਬਾਬਤ ਕਈ ਗੱਲਾਂ ਬਾਤਾਂ ਹੋਣਗੀਆਂ। ਕੁਝ ਬਹੁਤ ਪੁਰਾਣੇ ਇਹਨਾਂ ਦੇ ਕੋਲ ਤਸਵੀਰਾਂ ਨੇ, ਕੁਝ ਬਹੁਤ ਪੁਰਾਣੇ ਇਹਨਾਂ ਦੇ ਕੋਲ ਤੱਥ ਨੇ, ਕੁਝ ਪੁਸਤਕਾਂ ਨੇ ਜਿਹਦੇ ਵਿੱਚੋਂ ਇੱਕ ਸਦੀ ਦਾ ਲਗਭਗ ਸਮਾਂ ਹੋ ਗਿਆ। ਉਸ ਵੇਲੇ ਗੱਤਕੇ ਦੀ ਕੀ ਮਹਾਨਤਾ ਸੀ, ਅੱਜ ਅਸੀਂ ਕਿੱਥੇ ਖੜੇ ਹਾਂ। ਸੋ ਸਾਰਾ ਕੁਝ ਜਿਹੜਾ ਗੱਤਕੇ ਦਾ ਸਫ਼ਰ ਹੈ ਪਿਛਲੇ ਕਈ ਸਦੀਆਂ ਦਾ, ਉਹ ਧਾਰਮਿਕ ਐਂਗਲ ਤੋਂ ਪਲੱਸ ਨਾਲ ਅੱਗੇ ਮਾਰਸ਼ਲ ਆਰਟਸ ਪੱਖੋਂ, ਉਹਦੇ ਬਾਬਤ ਗਰੇਵਾਲ ਸਾਹਿਬ ਨਾਲ ਅਸੀਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ, ਬਹੁਤ ਸਵਾਗਤ ਤੁਹਾਡਾ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੱਤਕਾ ਸਾਹਿਬ ਆਪਣਾ ਗਰੇਵਾਲ ਸਾਹਿਬ ਜੀ ਆਇਆਂ ਨੂੰ, ਬਹੁਤ ਸਵਾਗਤ ਤੁਹਾਡਾ ਪ੍ਰਾਈਮ ਏਸ਼ੀਆ ਦੇ। ਧੰਨਵਾਦ ਜੀ, ਪ੍ਰਾਈਮ ਏਸ਼ੀਆ ਦਾ ਵੀ ਧੰਨਵਾਦ ਜਿਨ੍ਹਾਂ ਨੇ ਮੌਕਾ ਦਿੱਤਾ ਅੱਜ ਸਾਰੀ ਸੰਗਤ ਦੇ ਰੂਬਰੂ ਹੋਣ ਦਾ ਜੀ। ਜੀ ਅੱਛਾ ਗਰੇਵਾਲ ਸਾਹਿਬ, ਇੱਕ ਨੋ ਡਾਊਟ ਅੱਜ ਗੱਤਕਾ ਅਸੀਂ ਦੇਖਦੇ ਹਾਂ ਕਿ ਬਹੁਤ ਵਧੀਆ, ਖਾਸ ਕਰਕੇ ਜੇ ਮੈਂ ਕੈਨੇਡੀਅਨ ਇਹਨਾਂ ਪੱਛਮੀ ਮੁਲਕਾਂ ਦੀ ਗੱਲ ਕਰਾਂ ਤੇ ਨਗਰ ਕੀਰਤਨਾਂ ਦੀ ਸ਼ਾਨ ਬਣਿਆ ਹੁੰਦਾ ਹੁਣ ਗੱਤਕਾ। ਬਹੁਤ ਛੋਟੇ ਛੋਟੇ ਬੱਚੇ ਵੀ 3-3 ਸਾਲਾਂ ਦੇ ਦੇਖੀਏ ਵੀ ਸੋਟੀ ਲਾਉਣ ਦੇ ਹੁੰਦੇ ਆ, ਤੇ ਬਜ਼ੁਰਗ ਵੀ ਕਈ ਵਾਰੀ ਦੇਖੀਦੇ ਵੀ ਉਹ ਵੀ, ਤੇ ਬਹੁਤ ਖੁਸ਼ੀ ਹੁੰਦੀ ਆ। ਤੁਸੀਂ ਕਾਫੀ ਸਮੇਂ ਤੋਂ ਇਸ ਐਸੋਸੀਏਸ਼ਨ ਦੇ ਨਾਲ ਜੁੜੇ ਹੋ, ਕਾਫੀ ਗਰਾਊਂਡ 'ਤੇ ਕੰਮ ਕੀਤਾ ਹੈ, ਜਿੰਨਾ ਕੁ ਮੈਂ ਪਰਸਨਲੀ ਵੀ ਜਾਣਦਾ। ਕਾਫੀ ਦੇਰ ਤੋਂ ਤੁਸੀਂ ਜਦੋਜਹਿਦ ਇਸ ਚੀਜ਼ ਬਾਬਤ ਕਰ ਰਹੇ ਹੋ ਤੇ ਫਾਈਨਲੀ ਨੈਸ਼ਨਲ ਗੇਮ ਜਿਹੜੀ ਆ ਉਹ ਗੱਤਕਾ ਭਾਰਤ ਦੇ ਵਿੱਚ ਬਣੀ। ਪਹਿਲਾਂ ਤੇ ਆਪਣਾ ਸਫ਼ਰ ਦੱਸੋ, ਤੁਸੀਂ ਕਦੋਂ ਸ਼ੁਰੂਆਤ ਕੀਤੀ, ਕਦੋਂ ਨਾਲ ਜੁੜੇ ਤੇ ਉਦੋਂ ਦੇ ਹਾਲਾਤ ਕੀ ਸਨ? ਅਸਲ ਮੇਰੀ 2007 ਦੇ ਵਿੱਚ ਜਦੋਂ ਰੋਪੜ ਬਤੌਰ DPRO ਪੋਸਟਿੰਗ ਹੋਈ ਤਾਂ ਉੱਥੇ ਸ਼੍ਰੀ ਅਨੰਦਪੁਰ ਸਾਹਿਬ ਜਿਹੜੇ ਹੋਲੇ ਮਹੱਲੇ ਦੇ ਪ੍ਰਬੰਧਾਂ ਨੂੰ ਲੈ ਕੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਉੱਥੇ ਵਿਜ਼ਿਟ ਕਰਦੇ ਸੀਗੇ। ਜਦੋਂ ਉੱਥੇ ਚਰਨ ਗੰਗਾ ਸਟੇਡੀਅਮ ਦੇ ਵਿੱਚ, ਜਿੱਥੇ ਦਸ਼ਮੇਸ਼ ਪਿਤਾ ਉੱਥੇ ਆਪਣੀਆਂ ਲਾਡਲੀਆਂ ਫੌਜਾਂ ਦੇ ਜਿਹੜੇ ਆ ਮਸਨੂਈ ਜੰਗਾਂ ਕਰਾਉਂਦੇ ਸੀ ਤੇ ਉੱਥੇ ਫਿਰ ਮੋਹਰਾਂ ਵੰਡਦੇ ਸੀ, ਉੱਥੇ ਮਹੱਲੇ ਜਦੋਂ ਮਹੱਲਾ ਨਿਕਲਦਾ ਤਾਂ ਉਸ ਮਹੱਲੇ 'ਤੇ ਜਾ ਕੇ ਆਪਣੇ ਨਿਹੰਗ ਸਿੰਘ ਤੇ ਆਪਣੀਆਂ ਗੱਤਕਾ ਪਾਰਟੀਆਂ ਗੱਤਕਾ ਖੇਡਦੀਆਂ ਸੀ। ਅਤੇ ਉੱਥੇ ਦੇਖਿਆ ਕਿ ਉਹ ਵਿਚਾਰੇ ਗਰਮੀ ਦੇ ਟਾਈਮ 'ਚ ਜਾਂ ਉੱਦਾਂ ਵੀ ਅਨਆਰਗੇਨਾਈਜ਼ਡ ਵੇ ਨਾਲ ਗੱਤਕਾ ਖੇਡ ਕੇ ਅਤੇ ਪਸੀਨੋ ਪਸੀਨੀ ਹੋ ਕੇ ਘਰਾਂ ਨੂੰ ਵਾਪਸ ਚਲ ਜਾਂਦੇ ਸੀ। ਅਤੇ ਬਸ ਉੱਥੋਂ ਪਤਾ ਨਹੀਂ ਕਿਵੇਂ, ਮੈਨੂੰ ਤਾਂ ਆਪ ਨਹੀਂ ਜੀ ਇਸ ਚੀਜ਼ ਦਾ ਪਤਾ, ਮੈਂ ਕਦੇ ਪਹਿਲਾਂ ਗੱਤਕਾ ਖੇਡਿਆ ਵੀ ਨਹੀਂ ਸੀ, ਨਾ ਇਸ ਚੀਜ਼ ਦਾ ਪਤਾ ਸੀ। ਅਤੇ ਉਸ ਖਾਲਸੇ ਦੀ ਸਰਜ਼ਮੀਂ 'ਤੇ ਜਿਹੜਾ ਮਤਲਬ ਉਹ ਵਰਤਾਰਾ ਦੇਖਿਆ, ਉੱਥੋਂ ਇੱਕ ਪਤਾ ਨਹੀਂ ਕਿਵੇਂ ਮਨ ਨੂੰ ਚਿਣਗ ਪਈ। ਸੱਚੀ ਰੀਅਲੀ ਮੈਂ ਤੁਹਾਨੂੰ ਸੱਚੀ ਦੱਸਾਂ, ਉਹ ਵਰਤਾਰਾ ਸੀਗਾ ਗੁਰੂ ਸਾਹਿਬ ਦਾ ਕੋਈ। ਬਸ ਉੱਥੋਂ ਗੱਤਕੇ ਦੀ ਡਿਵੈਲਪਮੈਂਟ ਲਈ, ਗੱਤਕੇ ਦੀ ਪ੍ਰਮੋਸ਼ਨ ਲਈ ਅਸੀਂ ਸ਼ੁਰੂ ਹੋ ਗਏ। ਉਸ ਤੋਂ ਪਹਿਲਾਂ ਕਦੇ ਨਹੀਂ, ਮੈਨੂੰ ਕੁਛ ਨਹੀਂ ਸੀ ਪਤਾ ਗੱਤਕੇ ਬਾਰੇ, ਜਾਂ ਕੋਈ ਪਤਾ ਕਦੇ ਨਹੀਂ ਸੀ ਖੇਡਿਆ ਹੈਗਾ। ਉੱਦਾਂ ਠੀਕ ਹੈ, ਪੜ੍ਹਨ ਵੇਲੇ ਪਤਾ ਹੁੰਦਾ ਸੀ ਕਿ ਗੱਤਕਾ ਕੀ ਹੁੰਦਾ, ਪਰ ਇਹਦੇ ਬਾਰੇ ਡੀਪਲੀ ਕੁਛ ਨਹੀਂ ਸੀ ਪਤਾ। ਜਿੰਨੀ ਕਾਮ ਸਧਾਰਨ ਬੰਦੇ ਨੂੰ ਪਤਾ, ਕਦੇ ਸੋਚਿਆ ਵੀ ਨਹੀਂ ਸੀ ਮੈਂ ਇੱਧਰ ਆਊਂਗਾ, ਕਿਉਂਕਿ ਮੇਰੀ ਆਪਣੀ ਗਵਰਨਮੈਂਟ ਜੋਬ ਸੀ, ਮੇਰਾ ਆਪਣਾ ਪਰਿਵਾਰ ਹੈ, ਆਪਣੇ ਕੰਮ ਸੀ ਕਿ ਮੈਂ ਆਲਰੇਡੀ ਮੈਂ ਬਾਕਸਿੰਗ ਦਾ ਪਲੇਅਰ ਰਿਹਾ ਅਤੇ ਇਸ ਕਰਕੇ ਮੈਨੂੰ ਇੱਧਰਲੇ ਪਾਸੇ ਕੋਈ ਉਹ ਹੈ ਨਹੀਂ ਸੀ, ਚਾਰਮ ਹੈ ਨਹੀਂ ਸੀਗਾ। ਪਰ ਪਤਾ ਨਹੀਂ ਕੀ ਵਰਤਾਰਾ ਵਾਪਰਿਆ ਜਾਂ ਇਸ ਚੀਜ਼ ਦਾ। ਅਤੇ ਉਸ ਤੋਂ ਬਾਅਦ ਜਦੋਂ ਅਸੀਂ ਇਹਦੇ ਬਾਰੇ ਥੋੜ੍ਹੀ ਜਿਹੀ ਸਰਚ ਕੀਤੀ ਤਾਂ ਕੋਈ ਐਸੋਸੀਏਸ਼ਨ ਹੈ ਨਹੀਂ ਸੀਗੀ। ਅਤੇ ਉੱਥੇ ਗਿਆਨੀ ਤਰਲੋਚਨ ਸਿੰਘ ਸੀਗੇ ਜੀ, ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ, ਉਹਨਾਂ ਨਾਲ ਡਿਸਕਸ ਕੀਤਾ ਤਾਂ ਉਹਨਾਂ ਦਾ ਇੱਕੋ ਹੀ ਸੀਗਾ, ਕਹਿੰਦੇ ਜਿਹੜਾ ਬੋਲੇ ਉਹੀ ਕੁੰਡਾ ਖੋਲ੍ਹੇ, ਕਿ ਜੇ ਹੁਣ ਤੁਸੀਂ ਇਸ ਗੱਲ ਨੂੰ ਲੈ ਕੇ ਆਏ ਹੋ ਕਿ ਆਪਾਂ ਇਸ ਨੂੰ ਗੱਤਕੇ ਨੂੰ ਪ੍ਰਮੋਟ ਕਿਵੇਂ ਕਰਨਾ। ਅਤੇ ਉਹਨਾਂ ਨੇ ਉਸ ਵੇਲੇ ਉੱਥੇ ਨਾਲ ਹੀ ਸਿੰਘਾਂ ਤੋਂ ਸਰੋਪਾ ਮੰਗਵਾ ਕੇ
ਤੇ ਸਾਨੂੰ ਅੱਗੇ ਤੋਰਿਆ। ਅੱਛਾ ਜੀ। ਤੇ ਬਸ ਉਹ ਦਿਨ ਜਾਂਦਾ ਤੇ ਅੱਜ ਦਾ ਦਿਨ ਜਾਂਦਾ ਤੇ ਬਸ ਉਸ ਦਿਨ ਤੋਂ ਇੱਕ ਵੱਖਰਾ ਚੈਪਟਰ ਸ਼ੁਰੂ ਹੋ ਗਿਆ ਗੱਤਕੇ ਦਾ। ਤੇ ਉਹ ਗੱਤਕਾ ਜਿਹੜਾ ਡਿਮਨਿਸ਼ਿੰਗ ਆਰਟ ਦੇ ਵਿੱਚ ਸ਼ਾਮਲ ਸੀਗਾ ਉਸ ਵੇਲੇ ਸਾਰਕ ਜਿਹੜੀ ਸਾਡੀ ਰੀਜਨਲ ਸਾਊਥ ਏਸ਼ੀਅਨ 7 ਦੀ ਗੱਲ ਹਾਂਜੀ 2006-7 ਦੀ ਸੱਤ ਦੀ ਗੱਲ ਹੈ ਜੀ। ਜਿਹੜੀ ਸਾਰਕ ਜਥੇਬੰਦੀ ਆ ਆਪਣੀ 7 ਮੁਲਕਾਂ ਦੀ, ਇੰਡੀਆ ਦੇ ਗੁਆਂਢੀ ਮੁਲਕ ਨੇ, ਸਾਊਥ ਏਸ਼ੀਅਨ ਰੀਜਨਲ ਕਾਨਫਰੰਸ ਜਿਹੜੀ ਹੈਗੀ ਆ ਪਲੱਸ ਯੂਨੈਸਕੋ, ਉਹਨਾਂ ਨੇ ਇਸ ਜਿਹੜਾ ਸਿੱਖ ਜੰਗਜੂ ਕਲਾ ਸੀ ਇਸ ਨੂੰ ਡਿਮਨਿਸ਼ਿੰਗ ਆਰਟ ਦੇ ਵਿੱਚ ਸ਼ਾਮਲ ਕੀਤਾ ਹੋਇਆ ਸੀ। अब खत्म हो रही आर्ट ਬਿਲਕੁਲ ਖਤਮ ਹੋ ਰਹੀ ਆ ਕਿ ਇਹਨੂੰ ਇਨਲਿਸਟ ਕਰ ਲਓ, ਇਹਨੂੰ ਡਿਜੀਟਲਾਈਜ਼ ਕਰ ਲਓ ਸੋ ਦੈਟ ਕਿ ਇਹ ਆਪਾਂ ਮਤਲਬ ਆਉਣ ਵਾਲੀਆਂ ਨਸਲਾਂ ਲਈ ਦਿਖਾ ਸਕੀਏ। ਅੱਛਾ ਜੀ। ਤੇ ਮੈਨੂੰ ਪੁਣੇ ਤੋਂ ਬੀਬੀ ਮੀਨਾਕਸ਼ੀ ਸੀਗੇ, ਉਹਨਾਂ ਨੇ ਮੈਨੂੰ ਕਾਲ ਵੀ ਕੀਤੀ ਇਸ ਲਈ, ਪਰ ਉਦੋਂ ਤੱਕ ਮੈਨੂੰ ਉਹਨਾਂ ਦੀ ਕਾਲ ਆਈ ਸੀ 2009-10 ਦੇ ਵਿੱਚ ਆਈ ਸੀ, ਪਰ ਉਦੋਂ ਤੱਕ ਅਸੀਂ ਇਸ ਨੂੰ, ਮੈਂ ਡਾਕਟਰ ਰੁਪਿੰਦਰਜੀਤ ਕੌਰ ਸਿੱਖਿਆ ਮੰਤਰੀ ਜੀ ਸੀਗੇ ਉਸ ਵੇਲੇ, ਮੈਂ ਉਹਨਾਂ ਨਾਲ ਅਟੈਚ ਰਿਹਾ ਤੇ ਉਸ ਵੇਲੇ ਉਹਨਾਂ ਨੂੰ ਜਦੋਂ ਬੇਨਤੀ ਕੀਤੀ, ਉਹ ਬਹੁਤ ਗੁਰਸਿੱਖੀ ਨਾਲ ਪ੍ਰਣਾਏ ਹੋਏ ਨੇ, ਤੇ ਜਦੋਂ ਉਹਨਾਂ ਨੂੰ ਇਹ ਸ਼ੇਅਰ ਕੀਤੀ ਸਾਰੀ ਗੱਲਬਾਤ ਜੋ ਅਸੀਂ ਪਲਾਨ ਬਣਾਈ ਹੋਈ ਸੀ, ਤਾਂ ਉਹਨਾਂ ਨੇ ਇੱਕ ਰਿਟਨ ਐਪਲੀਕੇਸ਼ਨ ਦਿੱਤੀ। ਉਹਨਾਂ ਨੇ ਇਮੀਡੀਏਟਲੀ ਸਕੂਲਾਂ ਤੇ ਕਾਲਜਾਂ 'ਚ ਇੰਟਰੋਡਿਊਸ ਕਰਾਤੀ। ਅੱਛਾ। ਤੇ ਜਦੋਂ ਇਹ ਹੋ ਗਈ ਤਾਂ ਅਸੀਂ ਉਸ ਤੋਂ ਬਾਅਦ ਸਾਡੀ ਰੂਲ ਬੁੱਕ ਵਗੈਰਾ ਬਣ ਗਈ ਸੀ, ਜਿਵੇਂ ਤੁਹਾਡੀ ਇਹ ਰੂਲ ਬੁੱਕ ਹੁਣ ਅਸੀਂ ਉਹ ਅਪਡੇਟ ਕੀਤੀ ਹੋਈ ਆ, ਸਾਰੀ ਉਹ ਕੀਤੀ ਆ। ਤੇ ਉਦੋਂ ਸਾਡੀ ਰੂਲ ਬੁੱਕ ਬਣ ਗਈ ਸੀ ਕਿ ਗੱਤਕਾ ਕਿਵੇਂ ਖੇਲਣਾ, ਕੀ ਕਰਨਾ ਹੈ, ਉਹਦੀ ਕਿੱਡੀ ਕਸੋਟੀ ਹੋਵੇ, ਕਿਸ ਤਰ੍ਹਾਂ ਗਰਾਊਂਡ ਹੋਵੇ, ਸਾਰਾ ਕੁਝ ਇੱਕ ਪਲਾਨ ਬਣਾਤਾ ਸੀ, ਉਹਦਾ ਸਿਸਟੇਮੈਟਿਕ ਗੇਮ ਬਣਾਤੀ ਸੀ ਕਿ ਜਿਵੇਂ ਮਤਲਬ। ਤੇ ਉਸ ਵੇਲੇ ਫਿਰ ਜਦੋਂ ਇਹ ਕੀਤਾ ਤਾਂ ਫਿਰ ਉਹਨੂੰ ਬੀਬੀ ਜੀ ਨੂੰ ਮੈਂ ਕਿਹਾ ਜੀ ਹੁਣ ਇਸ ਨੂੰ ਤੁਸੀਂ ਬਣਾਓ ਫਰੋਮ ਡਿਮਿਨਿਸ਼ਿੰਗ ਟੂ ਪ੍ਰੋਮਿਸਿੰਗ ਆਰਟ, ਕਿ ਹੁਣ ਇਹ ਮਤਲਬ ਪ੍ਰਫੁੱਲਤ ਹੋ ਰਹੀ ਹੈ ਖੇਡ। ਮਤਲਬ ਇਹ ਮੈਂ ਗੱਲ ਕਰਦਾ ਕਿ ਉਸ ਵੇਲੇ ਮਤਲਬ ਜਦੋਂ ਇਹ ਖਤਮ ਹੋ ਰਹੀ ਸੀ ਖੇਡ, ਉਸ ਵੇਲੇ ਗੁਰੂ ਸਾਹਿਬ ਦਾ ਜਿਹੜਾ ਵਰਤਾਰਾ ਵਾਪਰਿਆ ਰੀਅਲੀ, ਉਹ ਮੇਰੀ ਜ਼ਿੰਦਗੀ ਦਾ ਵੀ ਇੱਕ ਚੇਂਜ ਸੀਗਾ ਕਿ ਮੇਰੇ 'ਚ ਵੀ ਵਾਪਰਿਆ ਸਾਰਾ ਕੁਝ। ਉਹ ਮਤਲਬ ਜਿਹੜਾ ਮੇਰੀ ਆਮ ਲਾਈਫ ਹੋਰ ਸੀਗੀ, ਉਹ ਲਾਈਫ ਮੇਰੀ ਬਿਲਕੁਲ ਉਸ ਤੋਂ ਬਾਅਦ ਚੇਂਜ ਹੋ ਗਈ ਆ। ਅੱਜ ਜੋ ਮਤਲਬ ਮੈਂ ਇੱਥੇ ਹੈਗਾ, ਉਹ ਮੈਂ ਸਿਰਫ ਤਖਤ ਕੇਸਗੜ੍ਹ ਸਾਹਿਬ ਦੀ ਉਸ ਧਰਤੀ ਦੇ ਉਸ ਪ੍ਰੋਗਰਾਮ 'ਤੇ ਜਾਣ ਤੋਂ ਬਾਅਦ ਹੀ ਸਾਰਾ ਕੁਝ ਬਦਲਿਆ ਹੋਇਆ ਮੇਰਾ। ਕਿਆ ਬਾਤ। ਤੇ ਬਸ ਉਸ ਤੋਂ ਬਾਅਦ ਚੱਲ ਜ਼ਿੰਦਗੀ ਦਾ ਇੱਥੇ ਤੱਕ ਆਇਆ ਕਿ ਅੱਜ ਜਿਹੜਾ ਗੱਤਕਾ ਹੈ ਮਤਲਬ ਨੈਸ਼ਨਲ ਗੇਮ 'ਚ ਸ਼ਾਮਲ ਹੋ ਗਿਆ, ਨੈਸ਼ਨਲ ਗੇਮ ਬਣ ਗਿਆ। ਤੇ ਸਾਡਾ ਜਿਹੜਾ ਟੀਚਾ ਹੈਗਾ ਵੀ ਇਸ ਨੂੰ ਹੌਲੀ ਹੌਲੀ ਆਪਾਂ ਓਲੰਪਿਕ ਖੇਡਾਂ ਤੱਕ ਸ਼ਾਮਲ ਕਰਵਾਈਏ। ਦੇਖੋ ਜੇ ਤੁਸੀਂ ਇੰਨੇ ਕੁ ਸਮੇਂ ਦੇ ਵਿੱਚ ਇਹਨੂੰ ਇੱਕ ਖਤਮ ਹੁੰਦੀ ਆਰਟ ਨੂੰ ਨੈਸ਼ਨਲ ਗੇਮ ਤੱਕ ਲੈ ਕੇ ਆਏ ਹੋ, ਤੇ ਸਾਨੂੰ ਅਗਲੇ ਦਹਾਕੇ ਦੇ ਵਿੱਚ ਹੀ ਤੁਸੀਂ ਇਹਨੂੰ ਓਲੰਪਿਕ ਤੱਕ ਜ਼ਰੂਰ, ਸਾਡੀਆਂ ਤਾਂ ਸ਼ੁਭ ਇਛਾਵਾਂ ਨਾਲ ਹੀ ਨੇ ਜੀ। ਇਹਦੇ ਵਾਸਤੇ ਹਮੇਸ਼ਾ ਕੋਈ ਸਾਥ ਸਹਿਯੋਗ ਦੀ ਲੋੜ ਆ ਤੇ ਅਦਾਰਾ ਜਿਹੜਾ ਹਰ ਵਕਤ ਨਾਲ ਖੜਾ। ਤੇ ਇੱਕ ਹੋਰ ਚੀਜ਼, ਉਦੋਂ ਦੇ ਗਰਾਊਂਡ ਦੇ ਹਾਲਾਤ ਕੀ ਸਨ ਗਰੇਵਾਲ ਸਾਹਿਬ, ਜਦੋਂ ਤੁਸੀਂ 6-7 ਦੀ ਜਿਨ੍ਹਾਂ ਵੇਲੇ ਦੀ ਗੱਲ ਕਰਦੇ ਹੋ, ਜਦੋਂ ਵੀ ਖਤਮ ਮਤਲਬ ਉਸ ਆਰਟ ਦੇ ਵਿੱਚ ਕੈਟਾਗਰੀ 'ਚ ਨਾਮ ਆਉਂਦਾ ਸੀਗਾ, ਗਰਾਊਂਡ ਹਾਲਾਤ ਕੀ ਸਨ, ਕਿਵੇਂ ਦੇਖਿਆ ਜਾਂਦਾ ਸੀ ਗੱਤਕੇ ਨੂੰ, ਕਿਵੇਂ ਖੇਡਿਆ ਜਾਂਦਾ ਸੀ, ਲੋਕ ਇਹਦੇ ਬਾਰੇ ਕੀ ਸੋਚਦੇ ਸਮਝਦੇ ਸਨ? ਅਸਲ ਉਸ ਵੇਲੇ ਜਿਹੜਾ ਮੈਂ ਉਹਨਾਂ ਨੂੰ ਬੀਬੀ ਜੀ ਨੂੰ ਵੀ ਪੁੱਛਿਆ ਕਿ ਤੁਸੀਂ ਆਖਰ ਨੂੰ ਕੋਈ ਨਾ ਕੋਈ ਸਟੱਡੀ ਕੀਤੀ ਹੋਣੀ ਆ, ਅੱਛਾ, ਜੇ ਇਸ ਨੂੰ ਡਿਮਿਨਿਸ਼ਿੰਗ ਆਰਟ ਦੇ ਵਿੱਚ ਸ਼ਾਮਲ ਕੀਤਾ, ਲਿਸਟ ਦੇ ਵਿੱਚ ਸ਼ਾਮਲ ਕੀਤਾ। ਉਹ ਜਿਹੜੀ ਸਾਡੀ ਸਾਰਕ ਜਥੇਬੰਦੀ ਆ, ਉਹ ਇਸ ਮੁਲਕਾਂ ਦੇ ਵਿੱਚ 7 ਮੁਲਕਾਂ ਦੇ ਵਿੱਚ ਜਿਹੜੇ ਸਾਡੇ ਗੁਆਂਢੀ ਮੁਲਕ ਨੇ, ਬਾਰਡਰਿੰਗ ਕੰਟਰੀਜ਼ ਨੇ, ਉਹਨਾਂ ਦੇ ਵਿੱਚ ਕਲਾ, ਬੋਲੀ, ਮਤਲਬ ਇਸ ਤਰ੍ਹਾਂ ਦੀਆਂ ਸਾਰੀਆਂ ਜਿਹੜੀਆਂ ਫਲੋਰਾ ਐਂਡ ਫੌਨਾ ਜਾਂ ਹੋਰ ਇਤਿਹਾਸ, ਉਹਦੇ ਲਈ ਉਹ ਕੰਮ ਕਰਦੀ ਆ ਸਾਰਕ। ਇਹ ਸਾਡੇ ਸਾਰੇ 7 ਮੁਲਕ ਆਪਦਾ ਯੂਨਾਈਟਿਡਲੀ ਇੱਕ ਪੈਸਾ ਉਹਦੇ 'ਚ ਲਾ ਕੇ ਤੇ ਉੱਥੇ ਸਾਰੀ ਰਿਸਰਚ ਚੱਲਦੀ ਹੈ ਇਸ ਤਰ੍ਹਾਂ ਦੀ। ਤਾਂ ਉਹਨਾਂ ਨੇ ਜਿਹੜੀ ਆਪਣੀ ਰਿਸਰਚ ਕੀਤੀ ਸੀ, ਉਹ ਕਹਿੰਦੇ ਕਿ 2-3 ਇਹਦੇ ਵੱਡੇ ਰੀਜ਼ਨ ਸੀਗੇ ਜਿਹੜੇ ਉਹਨਾਂ ਨੇ ਸਾਰੇ ਇਕੱਠੇ ਕੀਤੇ, ਜਿਨ੍ਹਾਂ 'ਚੋਂ ਮੈਂ ਛੋਟਾ ਜਿਹਾ ਬਰੀਫ ਕਰਦਾ। ਇੱਕ ਤਾਂ ਨਿਹੰਗ ਸਿੰਘਾਂ ਦੀਆਂ ਛਾਉਣੀਆਂ ਦੀ ਗਿਣਤੀ ਘਟ ਰਹੀ ਆ। ਅੱਛਾ। ਕਿ ਜਿੰਨੇ ਪਹਿਲਾਂ ਨਿਹੰਗ ਸਿੰਘ ਹੁੰਦੇ ਸੀ, ਮਤਲਬ ਅੱਜ ਉਹਨੇ ਨਿਸਬਤ ਮਤਲਬ ਬਹੁਤ ਥੋੜੇ ਨਿਹੰਗ ਸਿੰਘ ਰਹਿ ਗਏ ਹੋਏ ਆ। ਸੈਕੰਡਲੀ, ਅੱਗੇ ਹਰ ਇੱਕ ਸਿੱਖ ਪਰਿਵਾਰ 'ਚੋਂ ਇੱਕ ਬੱਚਾ ਨਿਹੰਗ ਸਿੰਘਾਂ ਨੂੰ ਦਿੱਤਾ ਜਾਂਦਾ ਸੀਗਾ, ਉਹ ਖਤਮ ਹੋ ਗਿਆ। ਜਿਹੜੇ ਸਾਡੇ ਸਿੱਖਾਂ ਹੁੰਦੇ ਵੀ 4-5 ਸੀਗੇ, ਹੁਣ ਇੱਕ ਇੱਕ ਤੇ ਜਵਾਕ ਹੈ, ਉਹੀ ਕਿੱਧਰ। ਸੈਕੰਡਲੀ, ਜਿਹੜੇ ਨਿਹੰਗ ਸਿੰਘਾਂ ਦੇ ਆਪਣੇ ਬੱਚੇ ਵੀ ਨੇ, ਉਹ ਵੀ ਬਾਣਾ ਨਹੀਂ ਪਾਉਂਦੇ, ਉਹ ਦੂਜੇ ਮਾਡਲ ਸਕੂਲਾਂ 'ਚ ਪੜ੍ਹਨ ਲੱਗ ਗਏ ਤੇ ਉਹ ਉੱਧਰੋਂ ਵੀ ਬਾਣਾ ਘਟ ਗਿਆ। ਥਰਡ, ਜਿਹੜੇ ਸਿੱਖਾਂ ਦੇ ਬੱਚੇ ਵੈਸੇ ਹੈਗੇ ਨੇ, ਆਮ ਕਰਕੇ ਹੈਗੇ ਆ, ਉਹ ਅੱਗੇ ਕੁੜਤਾ ਪਜਾਮਾ ਪਾਉਂਦੇ ਸੀਗੇ ਜਾਂ ਚੋਲਾ ਪਾਉਂਦੇ ਸੀ, ਅੱਜ ਉਹ ਟੀ-ਸ਼ਰਟਾਂ ਤੇ ਬਰਮੁੱਡਿਆਂ ਤੇ ਆ ਗਏ, ਦਾੜੀ ਕੱਟਣੀ ਸ਼ੁਰੂ ਕਰਤੀ, ਵਾਲ ਕੱਟਣੇ ਸ਼ੁਰੂ ਕਰਤੇ, ਮਤਲਬ ਉਸ ਮਰਜ਼ਾਦਾ 'ਚ ਨਹੀਂ ਹੈਗੇ, ਉਹ ਬਾਣੇ ਵਾਲੇ ਨਹੀਂ ਹੈਗੇ, ਦੁਮਾਲਾ ਨਹੀਂ ਸਜਾਉਂਦੇ। ਪੁਣੇ ਵਾਲੀ ਬੀਬੀ ਨੇ ਦੱਸਿਆ ਜੀ। ਅੱਛਾ, ਉਹਨਾਂ ਨੇ, ਹਾਂ, ਜਿਹੜੀ ਉਹਨਾਂ ਨੇ ਰਿਸਰਚ ਕੀਤੀ ਸੀ, ਉਹ ਕਹਿੰਦੇ ਕਿ ਇਹ ਸਿੱਖ ਆਇਡੈਂਟੀਟੀ ਆ ਜਿਹੜੀ ਉਹ ਘਟਦੀ ਜਾ ਰਹੀ ਆ। ਇਹ ਜਿਨ੍ਹਾਂ ਨਿਹੰਗ ਸਿੰਘਾਂ ਨੇ ਪ੍ਰੋਟੈਕਟ ਕਰਕੇ ਰੱਖੀ ਸੀ ਕਿ ਉਹ ਘਟਦੇ ਜਾ ਰਹੇ ਆ, ਸਿੱਖਣ ਵਾਲੇ ਘਟਦੇ ਜਾ ਰਹੇ, ਸਿਖਾਉਣ ਵਾਲੇ ਘਟਦੇ ਜਾ ਰਹੇ। ਮਤਲਬ ਉਹ ਇੱਕ ਡੇਂਜਰਸ ਸਟੇਜ ਤੇ ਅਸੀਂ ਪਹੁੰਚ ਚੁੱਕੇ ਸੀਗੇ। ਪਤਾ ਨਹੀਂ ਗੁਰੂ ਸਾਹਿਬ ਨੂੰ ਪਾਉਂਦਾ ਹੁੰਦਾ ਜੋ
ਉਹ ਹੁੰਦਾ ਜੀ ਗਲਤਾ ਇਹ ਸੀਗਾ ਜੋ ਤੁਧ ਭਾਵੇ ਤੇ ਹਾਂ ਸਾਈ ਜੋ ਭਲੀ ਤੁਧ ਗੱਲ। ਭਾਵੇ ਨਾਨਕਾ ਸਾਈਕਲ ਚੰਗੀ, ਤੇ ਉਹ ਗੁਰੂ ਸਾਹਿਬ ਨੇ ਜੋ ਇੱਕ ਵਰਤਾਰਾ ਵਰਤਾਇਆ ਜਾਂ ਹੋਇਆ ਉਹਦੇ 'ਚ ਸਾਡੀ ਚੇਂਜ ਹੋਈ ਲਾਈਫ, ਬੱਚਿਆਂ ਦੀ ਚੇਂਜ ਹੋਈ। ਉਸ ਤੋਂ ਬਾਅਦ ਜਦੋਂ ਅਸੀਂ ਸਕੂਲਾਂ ਕਾਲਜਾਂ 'ਚ ਇੰਟਰੋਡਿਊਸ ਕਰਤੀ, ਫਿਰ ਅਸੀਂ ਆਪਣੇ ਬੱਚੇ ਲੈ ਕੇ ਜਿਹੜੇ ਸਾਡੇ ਟ੍ਰੇਨਡ ਬੱਚੇ ਪਹਿਲਾਂ ਉਹ ਕੀਤੇ, ਉਹਨਾਂ ਨੂੰ ਰੂਲ ਸਿਖਾਏ ਜਿਹੜੇ ਅਸੀਂ ਰੂਲ ਬਣਾਏ ਸੀਗੇ। ਅੱਛਾ ਜੀ। ਫਿਰ ਉਹਨਾਂ ਨੂੰ ਸਕੂਲਾਂ 'ਚ ਭੇਜਿਆ, ਸਕੂਲਾਂ 'ਚ ਇੰਟਰੋਡਿਊਸ ਕੀਤਾ, ਜਿਹੜੇ ਸਕੂਲਾਂ ਦੇ ਟੀਚਰ ਸੀ ਉਹਨਾਂ ਦੀ ਵਰਕਸ਼ਾਪ ਲਾਈ ਅੱਛਾ ਕਿ ਗੱਤਕਾ ਇਹ ਹੁੰਦਾ ਹੈ। ਫਿਰ ਗੱਤਕੇ ਦਾ ਇੱਕ ਲੈਸਨ ਸਕੂਲਾਂ ਦੀ ਜਿਹੜੇ ਪਾਠ ਪੁਸਤਕ ਹੁੰਦੀ ਆ ਉਹਦੇ 'ਚ ਇੰਟਰੋਡਿਊਸ ਕਰਾਇਆ ਕਿ ਗੱਤਕੇ ਬਾਰੇ ਦੱਸੀਏ ਹੁੰਦਾ ਕੀ ਹੈ, ਜਾਣਕਾਰੀ ਵੇਲੇ ਠੀਕ ਹੈ ਜੀ। ਲਿਟਰੇਚਰ ਬਣਾ ਕੇ ਫ੍ਰੀ ਵੰਡਿਆ ਲੋਕਾਂ ਦੇ ਵਿੱਚ। ਤੁਹਾਡੇ ਇਸ ਤਰ੍ਹਾਂ ਮੀਡੀਆ ਰਾਹੀਂ ਲੋਕਾਂ 'ਚ ਪਹੁੰਚੇ ਤਾਂ ਦੈਨ ਉਸ ਵੇਲੇ ਲੋਕ ਫਿਰ ਨਾਲ ਜੁੜਨ ਲੱਗੇ। ਉਸ ਵੇਲੇ ਫਿਰ ਸਕੂਲਾਂ, ਜਦੋਂ ਤੁਸੀਂ ਸਕੂਲਾਂ 'ਚ ਇੰਟਰੋਡਿਊਸ ਹੋ ਗਏ ਨਾ, ਉਹਦੇ ਨਾਲ ਥੋੜ੍ਹਾ ਜਿਹਾ ਫੈਲਾਅ ਹੋਣਾ ਸ਼ੁਰੂ ਹੋ ਜਾਂਦਾ ਹੈ। ਅੱਗੇ ਸੱਚੀ ਪੁੱਛੋਗੇ ਜੀ, ਮੈਨੂੰ ਕਈਆਂ ਨੇ ਦੱਸਿਆ ਹੁੰਦਾ ਸੀਗਾ, ਜਾਂ ਉਹ ਗੁਰਦੁਆਰੇ ਵਾਲਿਆਂ ਨੇ ਜੋ ਨਗਰ ਕੀਰਤਨ ਕੱਢਦੇ ਸੀ, ਉਹ ਨਗਰ ਕੀਰਤਨ ਲੇਟ ਕਰ ਲੈਂਦੇ ਸੀ ਕਿ 1-2 ਦਿਨ, ਕਿਉਂਕਿ ਗੱਤਕਾ ਪਾਰਟੀਆਂ ਇੱਕੋ ਦੋ ਹੀ ਹੁੰਦੀਆਂ ਸੀ ਜ਼ਿਲ੍ਹੇ ਦੇ ਵਿੱਚ। ਉਹ ਕਹਿੰਦੇ ਸੀ ਅਸੀਂ ਫਲਾਣੇ ਥਾਂ ਤੇ ਚੱਲੇ ਹਾਂ, ਉਹ ਕਹਿੰਦੇ ਸੀ ਚਲੋ ਠੀਕ ਹੈ ਅਸੀਂ ਨਗਰ ਕੀਰਤਨ ਫਲਾਣੇ ਦਿਨ ਕਰ ਲੈਂਦੇ ਹਾਂ, ਤੁਸੀਂ ਉਸ ਦਿਨ ਆ ਜਾਓ। ਮਤਲਬ ਗੱਤਕਾ ਪਾਰਟੀਆਂ ਨਹੀਂ ਸੀ ਮਿਲਦੀਆਂ ਨਗਰ ਕੀਰਤਨ ਖੇਡਣ। ਇਹ ਹਾਲ ਹੋ ਗਿਆ ਸੀ। ਆਹ ਹਾਲ ਸੀਗਾ। ਬਸ ਉਹ ਜਦੋਂ ਫਿਰ ਸਕੂਲਾਂ ਕਾਲਜਾਂ 'ਚ ਇੰਟਰੋਡਿਊਸ ਹੋ ਗਈ, ਯੂਨੀਵਰਸਿਟੀਆਂ ਦੇ ਮੁਕਾਬਲੇ ਹੋਣੇ ਸ਼ੁਰੂ ਹੋ ਗਏ, ਫਿਰ ਅਸੀਂ ਉਸ ਤੋਂ ਬਾਅਦ ਇਹਦਾ ਥੋੜ੍ਹਾ ਜਿਹਾ ਹੋਰ ਫੈਲਾਅ ਕੀਤਾ ਕਿ ਪੰਜਾਬ ਤੋਂ ਬਾਹਰ ਕਰੀਏ। ਫਿਰ ਪੰਜਾਬ ਦੇ ਵੱਖ-ਵੱਖ ਸਟੇਟਾਂ ਦੇ ਵਿੱਚ ਅਸੀਂ ਜਿਹੜੀਆਂ ਸਟੇਟ ਲੈਵਲ ਦੀਆਂ ਗੱਤਕਾ ਐਸੋਸੀਏਸ਼ਨ ਬਣਾਈਆਂ। ਅੱਛਾ ਪਹਿਲਾਂ ਪੰਜਾਬ ਦੇ ਜ਼ਿਲ੍ਹਿਆਂ ਦੀਆਂ ਬਣਾਈਆਂ, ਫਿਰ ਇਸੇ ਤਰ੍ਹਾਂ ਹੀ ਜਿਵੇਂ ਮੰਨ ਲਓ ਹਰਿਆਣੇ ਦੀ, ਹਿਮਾਚਲ ਦੀ, ਰਾਜਸਥਾਨ, ਦਿੱਲੀ, ਉੱਥੋਂ ਦੀ ਬਣਾ ਕੇ ਫਿਰ ਉਹਨਾਂ ਦੇ ਡਿਸਟ੍ਰਿਕਾਂ 'ਚ ਗਏ। ਫਿਰ ਉਹਨਾਂ ਦੇ ਬੱਚੇ ਉੱਥੋਂ ਪੈਦਾ ਕੀਤੇ, ਉਹਨਾਂ ਦੀ ਆਪਸ 'ਚ ਕੰਪੀਟੀਸ਼ਨ ਸ਼ੁਰੂ ਕਰਾਏ। ਫਿਰ ਨੈਸ਼ਨਲ ਲੈਵਲ ਦਾ ਕੰਪੀਟੀਸ਼ਨ ਹੋਣਾ ਸ਼ੁਰੂ ਹੋਇਆ, ਤੇ ਇਸੇ ਤਰ੍ਹਾਂ ਇੰਡੀਆ ਦੇ ਫਿਰ ਸਾਰੇ ਸਟੇਟਾਂ ਦਾ ਆਪਸ 'ਚ ਕੰਪੀਟੀਸ਼ਨ ਸ਼ੁਰੂ ਹੋਇਆ। ਮਤਲਬ ਇਹ ਜੇ ਕਹਿ ਦੋ ਇਹ ਵਰਤਾਰਾ ਇੱਕ ਦਿਨ 'ਚ ਨਹੀਂ ਹੋਇਆ, ਇਸ ਨੂੰ ਸਾਨੂੰ ਲਗਭਗ 1.5 ਦਹਾਕਾ ਲੱਗਿਆ ਇਸ ਨੂੰ ਨੈਸ਼ਨਲ ਖੇਡ ਬਣਾਉਣ ਲਈ। ਹੁਣ ਕਦੋਂ ਮਾਨਤਾ ਮਿਲੀ ਫਿਰ ਨੈਸ਼ਨਲ ਖੇਡ ਦੀ? ਇਹ ਪਿਛਲੇ ਆਪਣਾ ਅਪ੍ਰੈਲ ਦੇ ਐਂਡ 'ਚ ਹੋਇਆ, ਸ਼ਾਇਦ ਮਈ ਦੇ ਸਟਾਰਟਿੰਗ 'ਚ ਹੋਇਆ। ਮਤਲਬ ਹੁਣ ਨੈਸ਼ਨਲ ਲੈਵਲ ਦੇ ਉੱਤੇ ਗੇਮ ਜਿਹੜੀ ਖੇਡੀ ਜਾਇਆ ਕਰੇਗੀ ਜੀ। ਸਾਡੀਆਂ ਜਿਹੜੀਆਂ ਇੰਡੀਆ ਦੀਆਂ 37ਵੀਆਂ ਨੈਸ਼ਨਲ ਗੇਮਸ ਹੋ ਰਹੀਆਂ ਨੇ, ਉਹ ਗੋਆ 'ਚ ਹੋ ਰਹੀਆਂ ਨੇ ਅਕਤੂਬਰ ਮਹੀਨੇ। ਉਹਦੇ ਵਿੱਚ 43 ਖੇਡਾਂ ਦੇ ਮੁਕਾਬਲੇ ਹੋਣਗੇ। ਉਹਦੇ 'ਚ ਗੱਤਕਾ ਵੀ ਇੱਕ ਸ਼ਾਮਲ ਹੈਗਾ, ਨਾਲ ਹੈਗਾ। ਤੇ ਮਤਲਬ ਬਹੁਤ ਇਹ ਵਰਲਡ ਲੈਵਲ 'ਤੇ ਮੈਂ ਕਹਦਾ ਕਿ ਬਹੁਤ ਵੱਡੀ ਗੱਤਕੇ ਦੀ ਸਦੀਆਂ ਬਾਅਦ ਪ੍ਰਾਪਤੀ ਹੋਈ ਹੈ। ਮਤਲਬ ਤੁਸੀਂ ਜਾਣਦੇ ਹੋ ਕਿ 600 ਸਾਲ ਪੁਰਾਣੀ ਖੇਡ ਹੈ, ਤੇ ਇੰਨੇ ਸਾਲਾਂ ਬਾਅਦ ਸੁਣੀ ਗਈ, ਤੇ ਇਹ ਨੈਸ਼ਨਲ ਖੇਡਾਂ 'ਚ ਸ਼ੁਮਾਰ ਹੋਈ। ਇਸ ਤੋਂ ਪਹਿਲਾਂ ਅਸੀਂ ਇਸ ਨੂੰ ਜਿਹੜੀ ਸਾਡੀਆਂ ਨੈਸ਼ਨਲ ਯੂਨੀਵਰਸਿਟੀ ਗੇਮਸ ਹੁੰਦੀਆਂ ਨੇ ਪੂਰੇ ਇੰਡੀਆ ਦੀਆਂ, ਆਲ ਇੰਡੀਆ ਇੰਟਰ ਯੂਨੀਵਰਸਿਟੀ ਗੇਮਸ ਹੁੰਦੀਆਂ ਨੇ, ਉਹਨਾਂ 'ਚ ਇੰਟਰੋਡਿਊਸ ਕਰਾਇਆ। ਜਿਹੜੀਆਂ ਨੈਸ਼ਨਲ ਸਕੂਲ ਗੇਮਸ ਹੁੰਦੀਆਂ ਨੇ ਉਹਨਾਂ 'ਚ ਇੰਟਰੋਡਿਊਸ ਕਰਾਇਆ। ਜਿਹੜੀਆਂ ਸਾਡੀ ਭਾਰਤ ਸਰਕਾਰ ਦੀ ਜਿਹੜੀ ਖੇਲ ਮੰਤਰਾਲਾ ਹੈਗਾ, ਉਹ ਆਪਣੀਆਂ ਵੱਖਰੇ ਤੌਰ 'ਤੇ ਖੇਲੋ ਇੰਡੀਆ ਗੇਮਸ ਕਰਵਾਉਂਦਾ ਹੈਗਾ, ਠੀਕ ਹੈ ਜੀ, ਉਹਦੇ ਸ਼ਾਮਲ ਕਰਾਇਆ। ਮਤਲਬ ਜੇ ਆਪਾਂ ਕਹਿ ਦਈਏ ਅੱਜ ਇੰਡੀਆ ਦੇ ਵਿੱਚ ਜਿਹੜੀਆਂ 4 ਵੱਡੀਆਂ ਖੇਡਾਂ ਹੈਗੀਆਂ, ਉਹਨਾਂ 'ਚ ਜਿੱਥੇ ਸਾਰੀਆਂ ਖੇਡਾਂ ਸ਼ਾਮਲ ਨੇ ਉੱਥੇ ਗੱਤਕਾ ਵੀ ਸ਼ਾਮਲ। ਅੱਛਾ, ਹੁਣ ਪੰਜਾਬ 'ਚ ਚਲੋ ਖੇਡੀ ਹੀ ਜਾਣੀ ਆ, ਭਾਰਤ ਦੀਆਂ ਬਾਕੀ ਸਾਰੀਆਂ ਸਟੇਟਾਂ ਦੇ ਵਿੱਚ ਕਿੰਨੀਆਂ 'ਚ ਖੇਡੀ ਜਾ ਰਹੀ ਹੈ ਜੀ? ਹਾਂਜੀ, ਮੈਂ ਤੁਹਾਨੂੰ ਦੱਸ ਰਿਹਾ ਕਿ ਪਿਛਲੀ ਵਾਰ 2 ਵਾਰ ਖੇਲੋ ਇੰਡੀਆ ਗੇਮਸ ਹੋ ਚੁੱਕੀਆਂ ਨੇ। ਉਹਨਾਂ ਦੇ ਵਿੱਚ 15 ਸਟੇਟ ਖੇਲ ਚੁੱਕੇ ਆ। ਅੱਛਾ, 15 ਸਟੇਟ। ਮੇਰੇ ਕੋਲੇ ਇਸ ਵੇਲੇ 22 ਸਟੇਟ ਐਕਟਿਵ ਨੇ ਗੱਤਕੇ ਦੇ ਇੰਡੀਆ ਦੇ। 22 ਸਟੇਟਾਂ ਦੇ ਵਿੱਚ ਸਾਡੀਆਂ ਗੱਤਕੇ ਦੀਆਂ ਟੀਮਸ ਹੈਗੀਆਂ ਨੇ। ਅੱਛਾ ਜੀ। ਤੇ ਆਉਣ ਵਾਲੇ ਸਮੇਂ 'ਚ ਅਸੀਂ ਇਹ ਆ ਕਿ ਪੈਨ ਇੰਡੀਆ ਪੂਰਾ ਅਸੀਂ ਹਰ ਥਾਂ 'ਤੇ, ਹਰ ਸਟੇਟ ਦੇ ਵਿੱਚ, ਹਰ ਯੂਟੀ ਹੈ ਜਿਹੜੀ, ਉੱਥੇ ਤੱਕ ਮਤਲਬ ਇਸ ਨੂੰ ਜਿਹੜਾ ਹੈਗਾ ਲੈ ਕੇ ਜਾਵਾਂਗੇ। ਤੇ ਲਗਾਤਾਰ ਪ੍ਰਸਾਰ ਚੱਲ ਰਿਹਾ। ਮੈਂ ਤੁਹਾਨੂੰ ਚਲੋ ਪੰਜਾਬ 'ਚ ਤਾਂ ਆਪਾਂ ਕਹਿੰਦੇ ਕਿ ਪੰਜਾਬ ਦੀ ਖੇਡ ਹੈ, ਦਿੱਲੀ ਦੇ ਵਿੱਚ ਐਡਾ ਵੱਡਾ ਰਿਸਪੌਂਸ ਹੈ, ਹਰਿਆਣੇ ਦੇ ਵਿੱਚ ਐਡਾ ਵੱਡਾ ਰਿਸਪੌਂਸ ਹੈ, ਤੇ ਉਸ ਤੋਂ ਬਿਨਾਂ ਇਹ ਤੋਂ ਬਿਨਾਂ ਬਾਹਰਲੇ ਕੰਟਰੀਆਂ 'ਚ ਬਹੁਤ ਰਿਸਪੌਂਸ ਹੈ ਜੀ। ਤੁਸੀਂ ਇੱਥੇ ਬੈਠੇ ਹੋ। ਹਾਂ, ਨਹੀਂ ਇੱਥੇ ਤੇ ਬੜੀ ਗੁਰੂ ਸਾਹਿਬ ਦੀ ਕਿਰਪਾ। ਮੈਂ ਉਹੀ ਗੱਲ ਕਰਨ ਲੱਗਾ ਸੀ ਕਿ ਇੱਥੇ ਤੇ ਸਪੈਸ਼ਲੀ ਸ਼ਾਮਾਂ ਨੂੰ ਮਾਪੇ ਬੱਚਿਆਂ ਨੂੰ ਕਲਾਸਿਸ ਲਾਉਣ, ਗੁਰਦੁਆਰਿਆਂ 'ਚ ਕੈਂਪ ਲੱਗਦੇ ਨੇ, ਬਾਹਰ ਆਊਟਸਾਈਡ ਸਮਰ ਕੈਂਪਾਂ ਦੇ ਵਿੱਚ ਵੀ ਗੱਤਕਾ ਖਿਡਾਇਆ ਜਾਂਦਾ। ਤੁਸੀਂ ਇੱਥੇ ਹੀ ਨਹੀਂ ਜੀ, ਕੈਨੇਡਾ ਨਹੀਂ, USA ਸਾਡੇ ਜਿਹੜੇ ਵਰਲਡ ਗੱਤਕਾ ਫੈਡਰੇਸ਼ਨ ਦੇ ਜਨਰਲ ਸੈਕਟਰੀ ਨੇ ਡਾਕਟਰ ਦੀਪ ਸਿੰਘ, ਤੇ ਉਹਨਾਂ ਨੇ ਘੱਟੋ ਘੱਟ 2000 ਬੱਚੇ ਨੂੰ ਟ੍ਰੇਨਡ ਕਰ ਚੁੱਕੇ ਆ USA ਦੇ ਵਿੱਚ। ਇਸੇ ਤਰ੍ਹਾਂ UK ਦੇ ਵਿੱਚ ਪ੍ਰਧਾਨ ਨੇ ਸਾਡੇ ਤਨਮਨਜੀਤ ਸਿੰਘ ਢੇਸੀ, ਜਿਹੜੇ ਪਹਿਲੇ ਸਿੱਖ MP ਹੈਗੇ ਨੇ, ਉਹ ਸਾਡੇ UK ਗੱਤਕਾ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਨੇ।
ਔਰ ਪਿਛਲੇ 10 ਸਾਲ ਤੋਂ ਉਹ ਲਗਾਤਾਰ ਗੱਤਕੇ ਦੇ ਨੈਸ਼ਨਲ ਮੁਕਾਬਲੇ ਕਰਵਾਉਂਦੇ ਆ ਰਹੇ ਆ। ਅੱਛਾ ਜੀ। ਤੇ ਇਸੇ ਤਰ੍ਹਾਂ ਹੀ ਆਸਟ੍ਰੇਲੀਆ ਦੇ ਵਿੱਚ ਹੈਗਾ ਸਾਡੇ ਉੱਥੇ ਬੈਠਿਆ ਡਾਕਟਰ ਸ਼ੁਭਕਰਨ ਸਿੰਘ, ਤੇ ਉਹਨਾਂ ਨੇ ਘੱਟੋ ਘੱਟ 400 ਬੱਚਾ ਆਸਟ੍ਰੇਲੀਆ ਤਿਆਰ ਕਰ ਚੁੱਕੇ ਹੋਏ ਆ। ਤੇ ਇਸੇ ਤਰ੍ਹਾਂ ਨਿਊਜ਼ੀਲੈਂਡ 'ਚ ਹੈਗੇ ਆ, ਅਲੱਗ-ਅਲੱਗ ਕੰਟਰੀਆਂ ਸਾਰੇ 'ਚ ਇਹ ਗਰੇਵਾਲ ਸਾਹਿਬ, ਇਹ ਜੇ ਤੁਸੀਂ ਦੱਸਿਆ ਕਿ 22 ਸਟੇਟਾਂ ਦੇ ਵਿੱਚ ਆ, ਇਹ ਸਿੱਖ ਹੀ ਇਕੱਲਾ ਖੇਡਦੇ ਨੇ ਕਿ ਗੈਰ ਸਿੱਖ ਵੀ ਨਾਲ ਜੁੜੇ ਨੇ? ਹਾਂਜੀ, ਮੈਂ ਹੁਣ ਉੱਥੇ ਤੁਹਾਡੇ ਕੋਲ ਆਉਣਾ, ਜਿਹੜਾ ਇਹ ਗੱਤਕੇ ਦੀ ਖੇਡ ਅਸੀਂ ਨੈਸ਼ਨਲ ਖੇਡਾਂ 'ਚ ਅਪਰੂਵ ਕਰਵਾਈ ਹੈ ਜਾਂ ਜਿਸ ਨੂੰ ਅਸੀਂ ਏਸ਼ੀਆ, ਕਾਮਨਵੈਲਥ ਜਾਂ ਓਲੰਪਿਕ 'ਚ ਲੈ ਕੇ ਜਾ ਰਹੇ ਹਾਂ, ਇਹ ਹੈਗੀ ਹੈ ਕੱਲੀ ਸੋਟੀ। ਅੱਛਾ। ਕੱਲੀ ਸੋਟੀ ਦੀ ਖੇਡ ਹੈ। ਮੈਂ ਤੁਹਾਨੂੰ ਵੀ ਦੱਸ ਦਿਆਂ, ਜਦੋਂ ਗੱਤਕਾ ਦੀ ਗੱਲ ਤੁਸੀਂ ਕਰਦੇ ਹੋ, ਤੁਹਾਡਾ ਇੱਕ ਸਾਰੇ ਪ੍ਰਾਈਮ ਏਸ਼ੀਆ ਰਾਹੀਂ ਮੈਂ ਸਾਰੇ ਦਰਸ਼ਕਾਂ ਨੂੰ ਇੱਕ ਜ਼ਰੂਰ ਦੱਸ ਦਿਆਂ, ਗੱਤਕਾ ਮੀਨਸ ਸੋਟੀ। ਅੱਛਾ, ਤਲਵਾਰ ਨਾਲ ਜਾਂ ਹੋਰ ਚੀਜ਼ ਨਾਲ? ਤੁਸੀਂ ਭਾਈ ਕਾਨ ਸਿੰਘ ਨਾਭਾ ਜੀ ਦਾ ਮਹਾਨ ਕੋਸ਼ ਪੜ੍ਹਿਓ। ਗੱਤਕਾ ਜਿਹੜਾ ਹੈਗਾ ਉਹ ਕੁੱਤਕੇ ਤੋਂ ਖੁਤਕੇ ਤੋਂ ਸੁਧਰ ਕੇ ਗੱਤਕਾ ਗੁਰੂ ਸਾਹਿਬ ਨੇ ਦਾ ਨਾਂ ਰੱਖਿਆ। ਮੈਂ ਮਾਲਵੇ ਨੂੰ ਬਿਲੋਂਗ ਕਰਦਾ। ਅੱਜ ਵੀ ਸਾਡੇ ਬਜ਼ੁਰਗ ਨੇ ਜਿਹੜੇ ਪੁਰਾਣੇ ਲਫ਼ਜ਼ ਸੰਭਾਲੇ ਹੋਏ ਨੇ, ਜਿਨ੍ਹਾਂ ਨੇ, ਉਹ ਡੰਡੇ ਨੂੰ ਕੁੱਤਕਾ ਬੋਲਦੇ ਆ। ਕੁੱਤਕਾ, ਹਾਂ, ਕੁੱਤਕਾ ਲਿਆ। ਗੱਤਕਾ ਅਸਲ ਮਤਲਬ ਗੱਤਕਾ ਸੋਟੀ ਹੁੰਦੀ ਹੈ। ਅਸੀਂ ਇਹਨੂੰ ਸੋਟੀ ਲਫ਼ਜ਼ ਤੋੜ ਦਿੰਦੇ ਹਾਂ, ਛੱਡ ਦਿੰਦੇ ਹਾਂ, ਇਕੱਲਾ ਗੱਤਕਾ ਕਹਿੰਦੇ ਆ। ਠੀਕ ਹੈ ਜੀ। ਜਿਹੜਾ ਤੁਸੀਂ ਹੁਣ ਕਹਿੰਦੇ ਹੋ ਨਗਰ ਕੀਰਤਨ ਵਾਲੀ ਗੱਲ, ਉਹ ਹੈ, ਉਹ ਸਾਡੀ ਸਿੱਖ ਸ਼ਸਤਰ ਕਲਾ ਹੈਗੀ ਆ। ਉਹ ਸ਼ਸਤਰ, ਅੱਛਾ, ਉਹ ਦੋ ਵੱਖ-ਵੱਖ ਚੀਜ਼ਾਂ ਨੇ? ਨਹੀਂ, ਉਹ ਸਾਡੀ ਸਿੱਖ ਸ਼ਸਤਰ ਵਿਦਿਆ। ਗੱਤਕਾ ਸੋਟੀ ਉਸ ਸ਼ਸਤਰ ਵਿਦਿਆ ਦਾ, ਉਸ ਭੰਡਾਰ ਦਾ ਇੱਕ ਪਾਰਟ ਹੈ। ਸ਼ੁਰੂਆਤੀ ਪਾਰਟ ਨਹੀਂ, ਪਾਰਟ ਹੈ ਉਸ। ਜਿਹੜੀ ਸਾਡੀ, ਅੱਗੇ ਮੈਂ ਹੋਰ ਦੱਸਦਾ ਤੁਹਾਨੂੰ, ਜਿਹੜੀ ਸਾਡੀ ਸਿੱਖ ਸ਼ਸਤਰ ਮਾਲਾ ਹੈਗੀ ਆ, ਉਹਦੇ ਵਿੱਚ ਕੋਈ 32 ਤੋਂ ਉੱਪਰ ਸਾਡੇ ਸ਼ਸਤਰਾਂ ਦੇ ਨਾਂ ਨੇ ਜਿਹੜੇ ਕਿਤੇ ਜੰਗਾਂ ਯੁੱਧਾਂ 'ਚ ਵਰਤੇ ਜਾਂਦੇ ਰਹੇ ਆ। ਅੱਛਾ ਜੀ। ਗੁਰੂ ਸਾਹਿਬ ਵੇਲੇ ਜਾਂਦੇ ਹੋਏ ਆ। ਅੱਛਾ, ਕਿਉਂਕਿ 6ਵੇਂ ਪਾਤਸ਼ਾਹ ਤੋਂ ਸ਼ੁਰੂ ਹੋਈ ਆ ਖੇਡ ਇਹ, ਤੇ 10ਵੇਂ ਪਾਤਸ਼ਾਹ ਵੇਲੇ ਤਾਂ ਹੋਰ ਸਕਿੱਲ ਜਾਂ ਹੋਰ ਨਵੀਆਂ ਖੇਡਾਂ 'ਚ ਇੰਟਰੋਡਿਊਸ ਹੋਈਆਂ, ਕਲਾ ਹੋਈਆਂ। ਜਿਵੇਂ ਫੋਰ ਐਗਜ਼ਾਮਪਲ 10ਵੇਂ ਪਾਤਸ਼ਾਹ ਵੇਲੇ ਹੋਈ ਨਿਸ਼ਾਨੇਬਾਜ਼ੀ, ਤੀਰਅੰਦਾਜ਼ੀ, ਉਹ 'ਚ ਇੰਟਰੋਡਿਊਸ ਹੋਈਆਂ ਸਾਡੀ ਸਿੱਖ ਸ਼ਸਤਰ ਵਿਦਿਆ ਦੇ ਵਿੱਚ। ਇਸ ਵੇਲੇ ਸਾਡੀ ਸਿੱਖ ਸ਼ਸਤਰ ਵਿਦਿਆ ਦੇ ਵਿੱਚ ਜਿਹੜੇ ਆਮ ਕਰਕੇ ਪ੍ਰਵਾਨਿਤ ਸ਼ਸਤਰ ਨੇ 18 ਅੰਕ ਦੇ ਕਰੀਬ ਹੈਗੇ ਆ। ਸੋਟੀ, ਲਾਠੀ, ਮਰਹੱਟੀ, ਤਲਵਾਰ, ਕਿਰਪਾਨ, ਢਾਲ, ਜਾਲ, ਚੱਕਰ, ਹੋਰ ਜਿਹੜੀ ਆਪਣੀਆਂ ਹੈਗੀਆਂ ਨੇਜਾ, ਇਹ ਸਾਰੇ ਮਤਲਬ ਹੋ ਗਿਆ। ਅੱਛਾ, ਉਹਦਾ ਪਾਰਟ ਇੱਕ ਸੋਟੀ ਹੈ, ਇੱਕ ਡਾਂਗ ਹੈ ਉਸ ਸਾਡੀ ਵਿਦਿਆ ਦਾ, ਇੱਕ ਸੋਟੀ ਹੈ ਗੱਤਕਾ ਸੋਟੀ। ਗੱਤਕਾ ਸੋਟੀ ਸਾਡੀ 3 ਹੱਥ ਦੀ ਹੈ। ਅਸੀਂ ਉਸ ਜਿਹੜਾ ਸਾਡਾ ਸਿੱਖ ਸ਼ਸਤਰ ਵਿਦਿਆ ਦਾ ਭੰਡਾਰ ਹੈ, ਉਸ ਦੇ ਵਿੱਚੋਂ ਕੱਲੀ ਸੋਟੀ ਬਾਹਰ ਲਈ ਆ। ਤੁਸੀਂ ਅਸਲ ਮੈਂ ਇਹ ਵੀ ਕਹੂੰਗਾ ਕਿ ਤੁਸੀਂ ਸਾਡੇ ਸਿੱਖ ਐਡੀ ਵੱਡੀ ਅਮੀਰ ਸਾਡਾ ਭੰਡਾਰ ਹੈ ਉਹ ਸਿੱਖ ਸ਼ਸਤਰ ਵਿਦਿਆ ਦਾ, ਉਸ ਨੂੰ ਕੱਲਾ ਗੱਤਕਾ ਕਹਿ ਕੇ ਆਪਾਂ ਉਸ ਨੂੰ ਛੋਟਾ ਕਰਦੇ ਹਾਂ। ਅੱਛਾ, ਉਸ ਨੂੰ ਸਾਡੀ ਇਹ ਕਹਿਣਾ ਚਾਹੀਦਾ ਜਦੋਂ ਹੁੰਦਾ ਕਿ ਸਿੱਖ ਸ਼ਸਤਰ ਕਲਾ ਦੀ ਪ੍ਰਦਰਸ਼ਨੀ ਹੋ ਰਹੀ ਹੈ, ਸਾਡੇ ਸਿੱਖ ਸ਼ਸਤਰ ਕਲਾ ਵਾਲੇ ਵੀਰ ਨੇ, ਸਾਡੇ ਯੋਧੇ ਨੇ, ਪਰ ਇਹ ਉਹ ਗੱਤਕਾ ਉਹ ਜਿਹੜਾ ਹੈਗਾ ਉਹ ਛੋਟੀ ਆ। ਅੱਛਾ, ਇਸ ਹਿਸਾਬ ਨਾਲ ਤੇ ਗਰੇਵਾਲ ਸਾਹਿਬ ਜਿਹੜੀ ਸਿੱਖ ਸ਼ਸਤਰ ਵਿਦਿਆ ਉਹਦੇ ਵਿੱਚੋਂ ਕਈ ਖੇਡਾਂ ਨਿਕਲ ਸਕਦੀਆਂ ਨੇ? ਬਿਲਕੁਲ ਜੀ, ਉਹਦੇ ਚੋਂ ਬਹੁਤ। ਅਜੇ ਤੇ ਗੱਤਕਾ ਹੀ ਸਿਰਫ ਨੈਸ਼ਨਲ ਖੇਡ ਬਣੀ ਆ, ਅਜੇ ਤੇ ਬਹੁਤ ਕੰਮ ਕਰਨਾ। ਗੱਤਕਾ ਸੋਟੀ ਨੈਸ਼ਨਲ ਗੇਮ ਬਣੀ ਸਾਡੀ ਹੋਈ ਆ। ਅਸੀਂ ਜਿਹੜੇ ਸਾਡੇ ਬਾਕੀ ਦੇ ਸ਼ਸਤਰ ਨੇ ਉਹ ਪਏ ਨੇ, ਉਹ ਪਹਿਲਾਂ ਅਸੀਂ ਇੱਕ ਪੜਾਅ ਨੂੰ ਪੂਰਾ ਕਰ ਲਈਏ। ਉਹ ਜਿਹੜੀ ਸਾਡੀ ਜਿਹੜੀ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ, ਜਿਹਦਾ ਮੈਂ ਦਾਸ ਪ੍ਰੈਜ਼ੀਡੈਂਟ ਹੈ, ਅਸੀਂ ਗੱਤਕਾ ਸੋਟੀ ਨੂੰ ਪ੍ਰਮੋਟ ਕਰ ਰਹੇ ਹਾਂ। ਠੀਕ ਹੈ ਜੀ। ਸਾਡੀ ਇੱਕ ਹੈਗੀ ਆ ਕੌਮਾਂਤਰੀ ਸਿੱਖ ਸ਼ਸਤਰ ਵਿਦਿਆ ਕੌਂਸਲ, ਉਹ ਜਿਹੜੀ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਹੈਗੀ ਆ, ਉਹ ਸਾਡੀ ਵਿਰਾਸਤੀ ਗੇਮ ਨੂੰ ਪ੍ਰਮੋਟ ਕਰ ਰਹੀ ਆ। ਸਾਡੇ 2 ਵਿੰਗ ਨੇ ਉਹਦੇ, ਇਸੇ ਤਰ੍ਹਾਂ ਹੀ 2 ਰੂਲਸ ਬੁੱਕ ਨੇ ਸਾਡੀਆਂ ਜਿਹੜੀਆਂ ਮੈਂ ਇਹ ਤੁਹਾਨੂੰ ਦਿਖਾਈ ਆ। ਉਹ ਇਸ ਦੇ ਵਿੱਚ ਇਕੱਲੀ ਗੱਤਕਾ ਸੋਟੀ ਖੇਡੀ ਜਾਣੀ ਆ। ਉਸ ਦੇ ਵਿੱਚ ਸਾਰੀ ਸਿੱਖ ਸ਼ਸਤਰ ਵਿਦਿਆ ਖੇਡੀ ਜਾਣੀ ਆ, ਪਲੱਸ ਸੋਟੀ। ਤੇ ਉਹਦੇ 'ਚ ਫਰਕ ਕੀ ਹੈਗਾ? ਇੱਧਰ ਹੈਗੀ ਆ ਸਪੋਰਟਸ ਕਾਸਟਿਊਮ, ਉਹਦੇ ਵਿੱਚ ਬਾਣਾ, ਦਮਾਲਾ, ਚੋਲਾ, ਕਮਰ ਕੱਸਾ ਤੇ ਆਪਣਾ ਜਿਹੜਾ ਸਾਰਾ ਪੂਰਾ ਸਿੰਘ ਸਜਾਉਂਦੇ ਆ, ਪਲੱਸ ਖਜ਼ਾਨਾ ਤੇ ਗਾਤਰਾ। ਠੀਕ ਹੈ, ਉਹਦੇ 'ਚ ਉਹ ਪਾ ਕੇ ਖੇਡਣਾ ਪੈਣਾ, ਉਹ ਲਾਜ਼ਮੀ ਡਰੈਸ ਹੈ ਸਾਡੀ ਉਧਰਲੇ ਪਾਸੇ। ਅੱਛਾ, ਮੈਂਡੇਟਰੀ ਹੈ। ਹਾਂ, ਉਹ ਮੈਂਡੇਟਰੀ ਹੈ। ਉਹਦੇ ਤੋਂ ਬਿਨਾਂ ਕੁੜਤਾ ਪਜਾਮਾ ਵੀ ਅਸੀਂ ਅਲਾਉ ਨਹੀਂ ਕਰਦੇ ਉਧਰਲੀ ਸਾਈਡ ਤੇ, ਜਿਹੜੀ ਸਾਡੀ ਸਿੱਖ ਸ਼ਸਤਰ ਵਿਦਿਆ ਕੌਂਸਲ ਹੈਗੀ ਆ। ਤੇ ਜਿਹੜੀ ਸਾਡੀ ਵਰਲਡ ਗੱਤਕਾ ਫੈਡਰੇਸ਼ਨ ਦੀ ਕਾਸਟਿਊਮ ਹੈ, ਇਹਦੀ ਉੱਪਰੋਂ ਟੀ-ਸ਼ਰਟ ਹੈ, ਪਲੱਸ ਜਿਹੜੀ ਹੈਗੀ ਆ ਲੋਅਰ ਪੈਂਟ ਹੈਗੀ ਆ। ਅੱਛਾ, ਇਹ ਹੈਗੀ ਆ ਉੱਥੇ। ਉਹ ਜਦੋਂ ਇਸ ਦੇ ਲੋਅਰ ਪੈਂਟ ਐਂਡ ਕਾਸਟਿਊਮ ਜਿਹੜੀ ਸਪੋਰਟਸ ਦੀ ਹੈ, ਟੀ-ਸ਼ਰਟ ਹੈ, ਇਹ ਚਾਹੇ ਲੜਕੇ ਨੇ ਚਾਹੇ ਲੜਕੀ, ਉਹਨਾਂ ਨੂੰ ਪਾਉਣੀ ਪੈਣੀ ਆ। ਪਲੱਸ ਇਹਦੇ ਨਾਲ ਪ੍ਰੋਟੈਕਟਿਵ ਅਸੀਂ ਜਿਹੜੀ ਨਾਲ ਉਹ ਸੇਫਟੀ ਮੇਜਰ ਲਏ ਆ, ਉਹਦੇ 'ਚ ਇੱਕ ਫੇਸ ਗਾਰਡ ਹੈ ਕਿ ਸੋ ਦੈਟ ਅੱਖਾਂ 'ਤੇ ਨਾ ਲੱਗੇ, ਪਲੱਸ ਸਰੀਰ 'ਤੇ ਇੱਥੇ ਨਾ ਲੱਗੇ। ਖਾਸ ਕਰਕੇ ਲੜਕੀਆਂ ਲਈ ਇੱਕ ਅਸੀਂ ਜਿਹੜਾ ਹੈਗਾ ਉਹ ਆਪਣਾ ਚੈਸਟ ਗਾਰਡ ਪਾਉਂਦੇ ਆ, ਪਲੱਸ ਆਰਮ ਗਾਰਡ ਹੁੰਦਾ। ਠੀਕ ਹੈ, ਪਾਉਣ ਲਈ। ਜਦੋਂ ਇੱਕ ਸਪੋਰਟਸ ਬਣ ਗਈ ਤਾਂ ਸਪੋਰਟਸ ਫॉर ਆਲ ਹੁੰਦੀ ਆ।
ਓਕੇ ਤੇ ਗੱਤਕਾ ਸੋਟੀ ਹੈ ਜਿਹੜੀ ਇਹ ਫॉर ਆਲ ਹੈ। ਇਹਦੇ ਚ ਕਿਉਂਕਿ ਸੋਟੀ ਦੀ ਖੇਡ ਹੈ, ਸੋਟੀ ਦੀ ਖੇਡ ਕੋਈ ਵੀ ਖੇਡ ਸਕਦਾ। ਇੱਕ ਤੁਹਾਨੂੰ ਮੈਂ ਹੋਰ ਨਾਲ ਹੀ ਜਾਂਦੇ ਜਾਂਦੇ ਇੱਕ ਹੋਰ ਇੰਟਰੋਡਿਊਸ ਕਰ ਦੱਸਦੇ ਹਾਂ। ਸੋਟੀ ਮਨੁੱਖ ਦਾ ਉਦੋਂ ਦਾ ਪਾਰਟ ਹੈ ਜਦੋਂ ਉਹ ਜੰਮਿਆ, ਜਦੋਂ ਦਾ ਜੰਗਲਾਂ 'ਚ ਉਤਰਿਆ। ਪਹਿਲਾਂ ਉਹਨੇ ਜੰਗਲੀ ਜਾਨਵਰਾਂ ਤੋਂ ਆਪਣੀ ਰੱਖਿਆ ਲਈ ਸੋਟੀ ਚਲਾਈ, ਫਿਰ ਜੰਗਲਾਂ ਤੇ ਕਬਜ਼ੇ ਕਰਨ ਲਈ ਇੱਕ ਦੂਜੇ ਨਾਲ ਲੜਨ ਲਈ ਸੋਟੀ ਚਲਾਈ। ਉਸ ਤੋਂ ਬਾਅਦ ਈਵਨ ਕਿ ਗੁਰੂ ਨਾਨਕ ਸਾਹਿਬ ਵੀ ਜਦੋਂ ਉਦਾਸੀਆਂ ਤੇ ਗਏ ਆ ਉਦੋਂ ਵੀ ਇੱਕ ਸੋਟਾ ਹੱਥ 'ਚ ਹੁੰਦਾ ਸੀ। ਇਹ ਸੋਟੀ ਹੈ ਜਿਹੜੀ 43 ਮੁਲਕਾਂ ਦਾ ਮੂਲ ਮਾਰਸ਼ਲ ਆਰਟ ਹੈ। ਕੀ ਬਾਤ ਹੈ। ਉਸ ਸੋਟੀ ਦਾ ਕਿਸੇ ਦਾ 3.5 ਹੱਥ ਦਾ ਡੰਡਾ, ਕਿਸੇ ਦਾ 2 ਹੱਥ ਦਾ, ਕਿਸੇ ਦਾ 2.5 ਹੱਥ ਦਾ, ਕਿਸੇ ਦਾ ਕੰਨ ਤੱਕ ਦਾ ਹੈਗੀ ਆ, ਟਾਂਗ ਹੈਗੀ ਆ, ਹਾਂਜੀ, ਕਿਸੇ ਦੀ ਬਿੰਗੀ ਜੀ ਸੋਟੀ ਆ, ਕਿਸੇ ਦੀ ਕੁਛ, ਕਿਉਂਕਿ ਹਰ ਮੁਲਕ ਦੇ ਵਿੱਚ ਆਪੋ ਆਪਣੇ ਮਾਰਸ਼ਲ ਆਰਟ ਜਿਹੜੇ ਉਹ ਚੱਲਦੇ ਆ। ਲੇਕਿਨ ਸਭ ਦਾ ਬੇਸ ਤੇ ਸਕਿੱਲ ਨੇ ਜਿਹੜੇ ਸੋਟੀ ਵਾਲੇ ਨੇ, ਇਸ ਤਰ੍ਹਾਂ ਹੈਗੀ ਆ। ਇਸ ਕਰਕੇ ਮਤਲਬ ਨਹੀਂ, ਸੋਟੀ ਦੇ ਹੋਰ ਵੀ ਬੜੇ ਕੰਮ ਨੇ ਜੀ। ਉਹ ਕਿਤੇ ਕੁਝ ਘੋਟਣਾ ਤਾਂ ਸੋਟੀ ਕੰਮ ਆ ਜਾਂਦੀ, ਕਿਸੇ ਨੂੰ ਕਿਤੇ ਕੋਈ ਕਹਿੰਦੇ ਵਾਰ ਰੋਕਣਾ ਤਾਂ ਸੋਟੀ ਕੰਮ ਆ ਜਾਂਦੀ। ਸੋਟੀ ਇਹ ਹੈਗੀ ਆ ਜੀ, ਇਹ ਸੈਲਫ ਡਿਫੈਂਸ ਦਾ ਸਭ ਤੋਂ ਬੈਸਟ ਹੋ ਹੈ। ਸਸਤੀ ਹੈ, ਸੁਖਾਲੀ ਹੈ, ਖਾਸ ਕਰਕੇ ਲੜਕੀਆਂ ਲਈ ਤਾਂ ਬਹੁਤ ਹੀ ਬੈਟਰ ਹੈ। ਜੇ ਚਾਹੇ ਤੁਸੀਂ ਤੁਰੇ ਜਾਂਦੇ ਦਰਖਤ ਦੀ ਸੋਟੀ ਤੋੜ ਲਓ ਤੇ ਤਾਂ ਤੁਹਾਡੇ ਕੰਮ ਆ ਜਾਊਗੀ। ਇੱਕ ਅੰਗਰੇਜ਼ ਨੇ ਕਿਤਾਬ ਲਿਖੀ ਆ, ਵਾਕਿੰਗ ਸਟਿਕ ਐਜ਼ ਅ ਸੈਲਫ ਡਿਫੈਂਸ। ਅੱਛਾ, ਵਾਕਿੰਗ ਸਟਿਕ ਐਜ਼ ਅ ਸੈਲਫ ਡਿਫੈਂਸ। ਇਸ ਕਰਕੇ ਸਵੈ ਰੱਖਿਆ ਲਈ ਸਭ ਦਾ ਮੂਲ ਆਧਾਰ ਹੈ। ਤਲਵਾਰ ਕਿਰਪਾਨ ਚਲਾਉਣੀ ਸਿੱਖਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਗੱਤਕਾ ਸੋਟੀ ਚਲਾਉਣੀ ਸਿੱਖਣੀ ਪੈਂਦੀ ਆ, ਫਿਰ ਤੁਹਾਨੂੰ ਉਧਰ ਚੜ੍ਹਨਾ ਪੈਂਦਾ। ਇਸ ਕਰਕੇ ਜਿਹੜੇ ਬਾਕੀ ਚੀਜ਼ਾਂ ਨੇ, ਮੰਨ ਲਓ ਤਲਵਾਰ ਦੇ ਨਾਲ ਜਾਂ ਖੇਡਦੇ ਆ ਜਾਂ ਹੋਰ, ਫਿਰ ਉਹਨੂੰ ਕਿਸ ਖੇਡ ਦੇ ਵਿੱਚ ਨਾਮ ਆਊਗਾ ਉਹਦਾ? ਸਿੱਖ ਸ਼ਸਤਰ ਕਲਾ ਦੇ ਵਿੱਚ ਸਾਰੇ ਮੈਂ ਤੁਹਾਨੂੰ ਦੱਸਿਆ ਨੇ 18 ਸ਼ਸਤਰ ਨੇ, ਉਹ ਸਾਡੀ ਸਿੱਖ ਸ਼ਸਤਰ ਵਿਦਿਆ ਦਾ ਭੰਡਾਰ ਹੈ। ਉਹ ਉਧਰ ਉਸ ਦੇ ਵਿੱਚ ਸ਼ਾਮਲ ਹੁੰਦੇ ਆ, ਜਿਨ੍ਹਾਂ ਦੀ ਮੈਂ ਨਾਂ ਲਏ ਸੀਗੇ। ਉਹਦੇ ਚੋਂ ਸਿਰਫ ਇੱਕ ਗੱਤਕਾ ਸੋਟੀ ਅਸੀਂ ਜਿਵੇਂ ਕਹਿ ਦੋ ਇੱਕ ਬਿਊਟੀ ਕਿੱਟ ਦੇ ਵਿੱਚੋਂ ਅਸੀਂ ਇੱਕ ਚੀਜ਼ ਬਾਹਰ ਕੱਢੀ ਆ ਤੇ ਉਸ ਨੂੰ ਅਸੀਂ ਅੱਛਾ ਲਾਸਟ ਤੇ ਗਰੇਵਾਲ ਸਾਹਿਬ, ਸਮਾਂ ਪਤਾ ਨਹੀਂ ਲੱਗਾ ਕਿਹੜੇ ਵੇਲੇ ਲੰਘ ਗਿਆ ਜੀ। ਆਉਣ ਵਾਲੇ ਭਵਿੱਖ ਦੀਆਂ ਹੁਣ ਕੀ ਯੋਜਨਾਵਾਂ ਨੇ ਵੀ ਹੋਰ ਹੁਣ ਗੱਤਕੇ ਨੂੰ ਅੱਗੇ ਅਗਲੇ ਸਟੈਪਸ ਕੀ ਨੇ ਜਿਹੜੇ ਨਿੱਕੇ ਪੁੱਟਣੇ ਨੇ ਤੇ ਸੰਗਤ ਕਿੱਦਾਂ ਸਹਿਯੋਗ ਕਰ ਸਕਦੀ ਆ? ਇੱਕ ਤਾਂ ਇਹ ਸੀ ਜੀ ਕਿ ਹੁਣ ਦੇਖੋ ਜਿਹੜਾ ਸਾਡਾ ਨੈਸ਼ਨਲ ਮਾਡਲ ਬਣਿਆ ਇੰਡੀਆ ਦਾ, ਅਸੀਂ ਉਸ ਨੂੰ ਰੈਪਲੀਕੇਟ ਕਰਨਾ ਚਾਹੁੰਦੇ ਹਾਂ ਹਰ ਮੁਲਕ ਦੇ ਵਿੱਚ। ਹਰ ਸਿੱਖ, ਹਰ ਗੁਰਦੁਆਰਾ ਜਥੇਬੰਦੀ, ਹਰ ਸਮਾਜਿਕ ਸੰਸਥਾ ਇਸ ਦੇ ਵਿੱਚ ਸ਼ਾਮਲ ਹੋਵੇ। ਤੇ ਅਸੀਂ ਬਹੁਤ ਥੋੜ੍ਹੇ ਜਿਹੇ ਸਮੇਂ 'ਚ ਜੇ ਅਸੀਂ ਕਹਿ ਦਈਏ ਕਿ ਅਸੀਂ ਇੱਕ ਵੱਡੀ ਪ੍ਰਾਪਤੀ ਕਰ ਲਈ ਹੋਈ ਆ। ਇਹ ਅਲਟੀਮੇਟ ਅਚੀਵਮੈਂਟ ਸੀ, ਇਸ ਤੋਂ ਉੱਪਰ ਕਿਸੇ ਖੇਡ ਦੀ ਅਚੀਵਮੈਂਟ ਨਹੀਂ ਹੁੰਦੀ ਤੇ ਇਸ ਤੋਂ ਉੱਪਰ ਸਾਨੂੰ ਇੰਡੀਆ ਦੇ ਵਿੱਚ ਹੋਰ ਰੁਤਬੇ ਦੀ ਲੋੜ ਨਹੀਂ ਕਿ ਜਿਹੜਾ ਨੈਸ਼ਨਲ ਗੇਮਸ ਬਣ ਜਾਣਾ। ਇਸੇ ਤਰ੍ਹਾਂ ਹੀ ਇਸ ਨੂੰ ਅਸੀਂ ਹੁਣ ਅਗਲਾ ਜਿਹੜਾ ਸਾਡਾ ਅਗਲਾ ਪੜਾਅ ਹੈਗਾ, ਅਸੀਂ ਵੀ ਇੱਕ ਵਿਜ਼ਨ ਡਾਕੂਮੈਂਟ ਬਣਾਇਆ, ਵਿਜ਼ਨ ਡਾਕੂਮੈਂਟ 2030, ਕਿ ਅਸੀਂ ਹਰ 5 ਸਾਲ ਬਾਅਦ ਕੀ ਕਰਨਾ। ਉਹਦੇ 'ਚ ਸਾਡਾ ਹੁਣ ਪਹਿਲਾ ਜਿਹੜਾ ਹੈਗਾ ਕਿ ਏਸ਼ੀਆ ਗੇਮਸ ਨੇ, ਜਿਹੜੀਆਂ ਏਸ਼ੀਅਨ ਗੇਮਸ ਉਹਨਾਂ 'ਚ ਇੰਟਰੋਡਿਊਸ ਕਰਾਉਣਾ। ਲੇਕਿਨ ਉਹਦੇ ਲਈ ਸਾਨੂੰ ਪਹਿਲਾਂ ਏਸ਼ੀਅਨ ਮੁਲਕਾਂ ਦੇ ਵਿੱਚ ਸਾਰਾ ਇਹ ਉਸ ਤਰ੍ਹਾਂ ਦਾ ਵਰਤਾਰਾ ਕਰਨਾ ਪੈਣਾ। ਉਹਨਾਂ ਦੇ ਵਿੱਚ ਉਸੇ ਤਰ੍ਹਾਂ ਹੀ ਖੇਡ ਪ੍ਰਮੋਟ ਕਰਨੀ ਪੈਣੀ ਆ, ਉੱਥੋਂ ਦੇ ਮੁਕਾਬਲੇ ਕਰਵਾਉਣੇ ਪੈਣੇ ਆ। ਫਿਰ ਉਹ ਸਾਡਾ ਸਾਰਾ ਢਾਂਚਾ ਦੇਖ ਕੇ ਵੀ ਇਹਨਾਂ ਦੇ ਕਿੱਡਾ ਢਾਂਚਾ ਹੈ, ਕਿੰਨੀ ਹਰਮਨ ਪਿਆਰੀ ਖੇਡ ਹੈਗੀ ਆ, ਫਿਰ ਉਹ ਇੰਟਰੋਡਿਊਸ ਕਰਨਗੇ। ਇਸੇ ਤਰ੍ਹਾਂ ਫਿਰ ਕਾਮਨਵੈਲਥ ਗੇਮਸ ਆ ਗਈਆਂ, ਫਿਰ ਉਸ ਤੋਂ ਬਾਅਦ ਓਲੰਪਿਕ ਗੇਮਸ ਆ ਗਈਆਂ। ਤੇ ਇਹਦੇ ਲਈ ਮਤਲਬ ਪੂਰੀ ਕੁੱਲ ਦੁਨੀਆ ਵਿੱਚ ਵਸਦੇ ਸਾਡੇ ਸਿੱਖਾਂ ਨੂੰ, ਤੇ ਮੈਂ ਕਹਿੰਦਾ ਜਿੱਥੇ ਗੁਰਦੁਆਰਾ ਸਾਹਿਬ ਹੈਗਾ ਉੱਥੇ ਅਸੀਂ ਗੱਤਕਾ ਸ਼ੁਰੂ ਕਰ ਦਈਏ ਤੇ ਮੇਰੇ ਖਿਆਲ ਦਿਨ ਦੂਰ ਨਹੀਂ ਤੇ ਜਦੋਂ ਅਸੀਂ ਮਤਲਬ ਓਲੰਪਿਕ ਤੱਕ ਪਹੁੰਚਣ ਲਈ। ਮੇਰੇ ਖਿਆਲ ਗੱਤਕਾ ਤੇ ਆਲਰੇਡੀ ਚੱਲਦਾ ਹੀ ਪਿਆ ਸਾਰੇ ਮੁਲਕਾਂ 'ਚ, ਬਸ ਉਹਨੂੰ ਇੱਕ ਸਾਂਚੇ ਦੇ ਵਿੱਚ, ਢਾਂਚੇ 'ਚ ਲਿਆਉਣ ਦੀ ਬਸ ਲੋੜ ਹੈ। ਮੈਂ ਤੁਹਾਡੀ ਗੱਲ ਨੂੰ ਹੋਰ ਵੱਡੀ ਕਰਦੇ ਹਾਂ, ਮਣਕੇ ਪਏ ਨੇ, ਉਹਨਾਂ ਨੂੰ ਮਾਲਾ 'ਚ ਪਰੋਣੇ ਆ, ਬਸ ਇੰਨੀ ਗੱਲ। ਉਹ ਮਾਲਾ 'ਚ ਪਰੋਣ ਲਈ ਸਾਡੇ ਸਿੱਖ ਇਕੱਠੇ ਹੋ ਜਾਣਾ। ਅਸੀਂ, ਮੈਨੂੰ ਨਹੀਂ ਲੱਗਦਾ ਕਿ ਸਾਨੂੰ ਓਲੰਪਿਕ 'ਚ ਜਾਣ ਲਈ ਬਹੁਤਾ ਟਾਈਮ ਲੱਗੂਗਾ। ਬਿਲਕੁਲ ਠੀਕ ਹੈ ਜੀ। ਇਹ ਆ ਤੇ ਗੱਤਕਾ ਦਾ ਜਿਹੜਾ ਤੁਹਾਨੂੰ ਮੈਂ ਦੱਸਿਆ ਸੀਗਾ, ਮੈਂ ਤੁਹਾਨੂੰ ਇਹ ਵੀ ਦੱਸਿਆ ਸੀ, ਇੱਕ ਬਹੁਤ ਪੁਰਾਣੀ ਕਿਤਾਬ ਹੈ ਮੇਰੇ ਕੋਲੇ 1936 ਦੀ। ਹੁਣ ਤੁਸੀਂ ਦੇਖ ਲਓ ਸਾਡੀ ਤਰਾਸ ਦੀ, ਇਹ 1936 ਦੀ ਬੁੱਕ ਆ। ਅੱਛਾ, ਉਸ ਵੇਲੇ ਗੱਤਕੇ ਦੇ ਵਾਸਤੇ, ਉਸ ਵੇਲੇ ਪੰਜਾਬ ਯੂਨੀਵਰਸਿਟੀ ਲਾਹੌਰ ਜਦੋਂ ਹੁੰਦੀ ਸੀ, ਉਸ ਵੇਲੇ ਇਹ ਬੁੱਕ ਛਪੀ ਹੈ 1936 ਦੀ। 1 ਰੁਪਏ ਦਾ ਨਾਂ ਹੈ, ਯੂਨੀਵਰਸਿਟੀ ਦੀ ਆਪਣੀ ਕਿਤਾਬ ਹੈ ਇਹ, 87 ਸਾਲ ਪੁਰਾਣੀ। ਹਾਂ, ਮੇਜਰ ਕਰਤਾਰ ਸਿੰਘ ਅਕਾਲੀ ਉਹਨਾਂ ਨੇ ਛਾਪੀ ਸੀ ਇਹ, ਉਹ ਉੱਥੋਂ ਦੇ ਫਿਰੋਜ਼ਪੁਰ ਕਾਲਜ ਦੇ ਫਿਜ਼ੀਕਲ ਡਾਇਰੈਕਟਰ ਸੀ। 87 ਸਾਲਾਂ ਬਾਅਦ ਸਾਨੂੰ ਇਹ ਰੁਤਬਾ ਪ੍ਰਾਪਤ ਹੋਇਆ ਕਿ ਅਸੀਂ ਨੈਸ਼ਨਲ 'ਚ ਆਏ ਹਾਂ। ਲੇਕਿਨ ਇਹ ਖੇਡ 600 ਸਾਲ ਪੁਰਾਣੀ ਖੇਡ ਆ। ਤੇ ਮਤਲਬ ਇਹਦੇ ਹਾਣ ਦੀਆਂ ਖੇਡਾਂ ਕਿੱਥੇ ਤੱਕ ਪਹੁੰਚੀਆਂ, ਇਸ ਤੋਂ ਬਾਅਦ ਜੰਮੀਆਂ ਖੇਡਾਂ ਕਿੱਥੇ ਤੱਕ ਪਹੁੰਚ ਗਈਆਂ। ਗੁਰੂ ਅੰਗਦ ਦੇਵ ਜੀ ਨੇ ਮੱਲ ਅਖਾੜੇ ਸ਼ੁਰੂ ਕੀਤੇ ਸੀ, ਅਸੀਂ ਮੱਲ ਅਖਾੜੇ ਸਾਂਭ ਨਹੀਂ ਸਕੇ। ਅੱਜ ਉਹ ਰੈਸਲਿੰਗ ਬਣ ਕੇ ਕਿੱਥੇ ਚਲੀ ਗਈ ਖੇਡ, ਔਰ ਕਿਹਨਾਂ ਲੋਕਾਂ ਕੋਲੇ ਚਲੀ ਗਈ। ਤੀਰ ਅੰਦਾਜ਼ੀ, ਘੋੜਸਵਾਰੀ, ਨੇਜੇਬਾਜ਼ੀ, ਤਲਵਾਰਬਾਜ਼ੀ, ਇਹ ਸਾਡੀਆਂ ਸਿੱਖਾਂ ਦੀਆਂ ਖੇਡਾਂ ਸੀਗੀਆਂ, ਸਿੱਖ ਗੇਮਸ ਸੀਗੀਆਂ। ਅਸੀਂ ਉਹਨਾਂ ਨੂੰ ਵੀ ਨਹੀਂ ਸੰਭਾਲ ਸਕੇ, ਉਹ ਵੀ ਕਿਸੇ ਹੋਰ ਪਾਸੇ ਚਲੀਆਂ ਗਈਆਂ, ਹੈ ਨਾ। ਤੇ ਹੁਣ ਗੱਤਕਾ ਰਹਿ ਗਿਆ ਸੀ, ਪਤਾ ਨਹੀਂ ਗੁਰੂ ਸਾਹਿਬ ਨੇ ਕਿੱਦਾਂ ਮਿਹਰ ਕੀਤੀ ਆ। ਤੇ
ਮਤਲਬ ਕਿਰਲ ਸਾਹਿਬ ਤੁਹਾਡਾ ਜ਼ਿੰਮੇਵਾਰੀ ਦਿੱਤੀ। ਵਿਸ਼ੇਸ਼ ਧੰਨਵਾਦ। ਤੇ ਅਦਾਰੇ ਦੀ ਕਿਤੇ ਲੋੜ ਆ ਤੇ ਬਾਕੀ ਤੁਹਾਡਾ ਅਸੀਂ ਸੰਪਰਕ ਨੰਬਰ ਵੀ ਨਾਲ ਦੇ ਰਹੇ ਹਾਂ, ਕੋਈ ਕਿਸੇ ਢੰਗ ਤਰੀਕੇ ਨਾਲ ਵੀ ਜੁੜਨਾ ਚਾਹੇ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ। ਜੀ। ਤੁਸੀਂ ਸਟੂਡੀਓ 'ਚ ਆਏ, ਤੁਹਾਡਾ ਬਹੁਤ ਧੰਨਵਾਦ ਜੀ ਅੱਜ, ਤੇ ਉਮੀਦ ਕਰਦੇ ਹਾਂ ਤੁਹਾਡੀ ਕੈਨੇਡਾ ਜਿਹੜੀ ਯਾਤਰਾ ਫੇਰੀ ਹੈ ਸ਼ੁਭ ਰਹੇ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਹ ਸਨ ਹਰਜੀਤ ਸਿੰਘ ਗਰੇਵਾਲ, ਪ੍ਰੈਜ਼ੀਡੈਂਟ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ। ਸੋ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਜੀ। ਮੈਨੂੰ ਜੋਗਰਾਜ ਸਿੰਘ ਕਾਲੂ ਨੂੰ ਦਿਓ ਆਗਿਆ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।